Good morning, students. Again, I am Vishki Arora, computer faculty from Government Girls Senior Secondary School, Maharaj, District Bathinda। ਬੇਟਾ ਤੁਹਾਨੂੰ ਜਿਵੇਂ ਪਤਾ ਹੀ ਹੈ ਕਿ 11th ਕਲਾਸ ਦਾ ਜੋ ਸਿਲੇਬਸ ਹੈ ਉਹ ਇਸ ਸੈਸ਼ਨ ਦੇ ਵਿੱਚ ਚੇਂਜ ਹੋ ਚੁੱਕਿਆ ਹੈ ਤੇ ਜਿਹੜਾ ਇਸ ਸੈਸ਼ਨ ਦਾ ਚੈਪਟਰ ਨੰਬਰ 3 ਹੈ ਸਾਈਬਰ ਸਿਕਿਉਰਿਟੀ, ਉਹਦੇ ਬਾਰੇ ਹੀ ਅੱਜ ਆਪਾਂ ਪੜਾਂਗੇ। ਤੁਹਾਨੂੰ ਇਹਦੇ ਬਾਰੇ ਦੱਸਿਆ ਜਾਣਾ ਹੈ ਕਿ ਸਾਈਬਰ ਸਿਕਿਉਰਿਟੀ ਕੀ ਹੁੰਦਾ ਹੈ। ਤਾਂ ਤੁਸੀਂ ਇਹਦੇ ਬਾਰੇ ਸੁਣਿਆ ਵੀ ਹੋਊਗਾ ਕਿ ਸਾਈਬਰ ਵਰਡ ਤਾਂ ਤੁਸੀਂ ਬਹੁਤ ਜ਼ਿਆਦਾ ਵਾਰ ਸੁਣਿਆ ਹੋਊਗਾ ਕਿ ਸਾਈਬਰ ਕੀ ਹੁੰਦਾ ਹੈ, ਪਰ ਇਹਦੇ ਵਿੱਚ ਜੋ ਪੜਨ ਲਈ ਕੰਟੈਂਟਸ ਹੈ ਸਾਡੇ ਕੋਲ ਬਹੁਤ ਜ਼ਿਆਦਾ ਹੈ। ਜੇ ਆਪਾਂ ਡਿਟੇਲ 'ਚ ਜਾਂਦੇ ਜਾਈਏ ਤਾਂ ਸਾਡੇ ਕੋਲ ਅੱਗੇ ਕਾਫੀ ਸਾਰੇ ਕੰਟੈਂਟਸ ਹੁੰਦੇ ਆ ਇਹਦੇ ਲਈ ਡਿਟੇਲ 'ਚ ਜਾਣਨ ਲਈ, ਪਰ ਜੋ ਤੁਹਾਡੇ ਕੀ ਪੁਆਇੰਟਸ ਹੈ ਤੁਹਾਡੇ ਸਿਲੇਬਸ ਦੇ ਅਕੋਰਡਿੰਗ ਆਪਾਂ ਉਹ ਵੀ ਇਸ ਚੈਪਟਰ ਦੇ ਵਿੱਚ ਡਿਸਕਸ ਕਰਾਂਗੇ। ਤਾਂ ਜੋ ਮੇਨ ਕੰਟੈਂਟਸ ਹੈ ਅੱਜ ਜਿਹੜੇ ਅਸੀਂ ਪੜ੍ਹਨੇ ਆ ਉਹ ਹੈਗੇ ਆ ਕਿ ਸਾਈਬਰ ਕ੍ਰਾਈਮ ਕੀ ਹੈ, ਟਾਈਪਸ ਆਫ ਅ ਸਾਈਬਰ ਕ੍ਰਾਈਮ, cyber security, need of cyber security, history of cyber security, tools and techniques used for cyber security, and benefits of cyber security, and the last is IT Act 2000। ਠੀਕ ਹੈ, ਤਾਂ ਇਹਦੇ ਬਾਰੇ ਜਿਹੜੇ ਆ ਮੇਨ ਕੰਟੈਂਟਸ ਹੈ ਉਹ ਅਸੀਂ ਅੱਜ ਇਸ ਚੈਪਟਰ ਦੇ ਵਿੱਚ ਪੜਾਂਗੇ। ਤੋਂ ਅੱਗੇ ਚੱਲਦੇ ਹਾਂ। ਦੇਖੋ, ਸਭ ਤੋਂ ਪਹਿਲਾਂ ਅਸੀਂ ਪੜਾਂਗੇ ਸਾਈਬਰ ਕ੍ਰਾਈਮ। ਚੈਪਟਰ ਦਾ ਨਾਮ ਹੈ ਸਾਈਬਰ ਸਿਕਿਉਰਿਟੀ, ਪਰ ਸਿਕਿਉਰਿਟੀ ਦੀ ਸਾਨੂੰ ਲੋੜ ਕਿਉਂ ਪਈ? ਕਿਉਂਕਿ ਸਾਈਬਰ ਕ੍ਰਾਈਮ ਹੋ ਰਹੇ ਸੀ, ਉਹਨਾਂ ਨੂੰ ਸੋਲਵ ਆਊਟ ਕਰਨ ਦੇ ਲਈ ਸਾਨੂੰ ਕਿਹਦੀ ਲੋੜ ਪਈ? ਸਿਕਿਉਰਿਟੀ ਦੀ ਲੋੜ ਪਈ, ਉਹਨਾਂ ਨੂੰ ਸਿਕਿਉਰ ਕਰਨ ਲਈ। ਠੀਕ ਹੈ, ਕ੍ਰਾਈਮਸ ਨੂੰ ਰੋਕਣ ਲਈ। ਸਾਈਬਰ ਕੀ ਹੈ, ਕ੍ਰਾਈਮ ਕੀ ਹੈ? ਸਾਈਬਰ ਕ੍ਰਾਈਮ ਦਾ ਮਤਲਬ ਕੀ ਹੁੰਦਾ? ਅਪਰਾਧ, ਤੁਸੀਂ ਸਾਰੇ ਜਾਣਦੇ ਹੋ। ਤਾਂ ਇਹਦੀ ਡੈਫੀਨੇਸ਼ਨ ਕੀ ਹੈ ਕਿ ਸਾਈਬਰ ਕ੍ਰਾਈਮ ਔਰ ਕੰਪਿਊਟਰ ਓਰੀਐਂਟਡ ਕ੍ਰਾਈਮ ਇਜ਼ ਅ ਕ੍ਰਾਈਮ that involves a computer and a network। ਮਤਲਬ ਇੱਕ ਅਜਿਹਾ ਕ੍ਰਾਈਮ ਜਿਹਦੇ ਵਿੱਚ ਕੰਪਿਊਟਰ ਦੀ ਵਰਤੋਂ ਜਾਂ ਇੰਟਰਨੈਟ ਜਾਂ ਨੈਟਵਰਕ ਦੀ ਵਰਤੋਂ ਹੁੰਦੀ ਹੋਵੇ। ਨੈਟਵਰਕ ਜਾਂ ਇੰਟਰਨੈਟ ਦੀ ਵਰਤੋਂ ਕਰਕੇ ਜਿਹੜਾ ਕ੍ਰਾਈਮ ਹੁੰਦਾ ਉਹਨੂੰ ਅਸੀਂ ਕਿਹੜਾ ਕ੍ਰਾਈਮ ਕਹਿੰਦੇ ਆ? ਸਾਈਬਰ ਕ੍ਰਾਈਮ। The computer may have been used in a commission with of a crime, or it may be a target। Cybercrime may threaten a person, company, or a nation's security and financial health। ਮੇਨ ਜੋ ਇਹਦਾ ਹੈ ਕਨਕਲੂਜਨ ਇਹੀ ਹੈ ਕਿ ਇੰਟਰਨੈਟ ਦੀ ਵਰਤੋਂ ਕਰਕੇ ਜੇ ਕਿਸੇ ਵੀ ਤਰ੍ਹਾਂ ਦਾ ਕ੍ਰਾਈਮ ਕਰਨ ਨੂੰ ਅਸੀਂ ਕੀ ਕਹਿੰਦੇ ਆ? ਸਾਈਬਰ ਕ੍ਰਾਈਮ ਕਹਿੰਦੇ ਆ। ਅਤੇ ਜੋ ਇਹ ਕ੍ਰਾਈਮ ਕਰਦੇ ਹਨ ਉਹਨਾਂ ਨੂੰ ਅਸੀਂ ਅਨਐਥੀਕਲ ਹੈਕਰਸ ਵੀ ਕਹਿੰਦੇ ਆ। ਠੀਕ ਹੈ, ਇਹਦਾ ਮਤਲਬ ਇਹ ਹੈ ਕਿ ਇੰਟਰਨੈਟ ਦਾ ਗਲਤ ਤਰੀਕੇ ਨਾਲ ਇਸਤੇਮਾਲ ਕਰਕੇ, ਜਦੋਂ ਇੰਟਰਨੈਟ ਦਾ ਗਲਤ ਤਰੀਕੇ ਨਾਲ ਇਸਤੇਮਾਲ ਕਰਕੇ ਕਿਸੇ ਨੂੰ ਵੀ ਨੁਕਸਾਨ ਪਹੁੰਚਾਇਆ ਜਾਂਦਾ ਹੈ ਤਾਂ ਉਹਨੂੰ ਅਸੀਂ ਕੀ ਕਹਿੰਦੇ ਹੁੰਦੇ ਆ? ਸਾਈਬਰ ਕ੍ਰਾਈਮ। ਜਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਇੰਟਰਨੈਟ ਦੇ ਜ਼ਰੀਏ ਜਿੰਨੇ ਵੀ ਹੋਣ ਵਾਲੇ ਅਪਰਾਧ ਨੇ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ? ਸਾਈਬਰ ਕ੍ਰਾਈਮ। ਜਿਹੜੇ ਸਾਈਬਰ ਹੈਕਰਸ ਹੈ ਜਾਂ ਸਾਈਬਰ ਕ੍ਰਾਈਮ ਕਰਦੇ ਨੇ ਉਹ ਇੰਟਰਨੈਟ ਟੈਕਨੋਲੋਜੀ ਦਾ ਇਸ ਤਰੀਕੇ ਨਾਲ ਇਸਤੇਮਾਲ ਕਰਦੇ ਆ ਕਿ ਉਹ ਯੂਜ਼ਰਸ ਦੀ ਜਿਹੜੀ ਪਰਸਨਲ ਇਨਫੋਰਮੇਸ਼ਨ ਹੈ ਜਾਂ ਹੋਰ ਇੰਪੋਰਟੈਂਟ ਡਾਟਾ ਹੈ ਉਹਨਾਂ ਨੂੰ ਐਕਸੈਸ ਕਰਕੇ ਇੰਟਰਨੈਟ ਦਾ ਗਲਤ ਤਰੀਕੇ ਨਾਲ ਇਸਤੇਮਾਲ ਕਰਕੇ ਯੂਜ਼ਰਸ ਨੂੰ ਕੀ ਕਰਦੇ ਨੇ? ਉਹ ਨੁਕਸਾਨ ਪਹੁੰਚਾਉਂਦੇ ਆ। ਤਾਂ ਸਾਈਬਰ ਕ੍ਰਾਈਮ ਦੇ ਅਧੀਨ ਕੀ ਕੁਛ ਆ ਜਾਂਦਾ? ਜਿਵੇਂ ਬਲੈਕਮੇਲਿੰਗ ਆ ਜਾਂਦੀ ਹੈ, ਕਾਪੀਰਾਈਟ ਚੋਰੀ ਕਰਨਾ, ਕ੍ਰੈਡਿਟ ਕਾਰਡ ਦੀ ਜਿਹੜੀ ਇਨਫੋਰਮੇਸ਼ਨ ਆ ਉਹਨੂੰ ਹੈਕ ਕਰ ਲੈਣਾ, ਚੋਰੀ ਕਰ ਲੈਣਾ। ਤਾਂ ਇਹ ਸਾਰੇ ਜਿਹੜੇ ਫਰੋਡਸ ਹੈ ਇਹ ਸਾਈਬਰ ਕ੍ਰਾਈਮ ਦੇ ਅੰਡਰ ਆਉਂਦੇ ਆ। ਤਾਂ ਇਸ ਤੋਂ ਬਾਅਦ ਬੱਚੋ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਕਲਿੱਪ ਦਿਖਾਉਂਗੀ ਜਿੱਥੋਂ ਤੁਸੀਂ ਇਹ ਅੰਡਰਸਟੈਂਡ ਕਰ ਲਓਗੇ ਕਿ ਕਿਵੇਂ ਸਾਈਬਰ ਕ੍ਰਾਈਮ ਹੁੰਦਾ ਹੈ, ਇੰਟਰਨੈਟ ਦੀ ਵਰਤੋਂ ਨਾਲ ਸਾਡਾ ਡਾਟਾ ਕਿਵੇਂ ਚੋਰੀ ਹੁੰਦਾ ਹੈ ਜਾਂ ਸਾਡੀ ਪਰਸਨਲ ਇਨਫੋਰਮੇਸ਼ਨ ਕਿਵੇਂ ਐਕਸੈਸ ਕੀਤੀ ਜਾਂਦੀ ਹੈ। ਉਹਦੇ ਨਾਲ ਰਿਲੇਟਡ ਇੱਕ ਛੋਟੀ ਜਿਹੀ ਮੈਂ ਤੁਹਾਨੂੰ ਇੱਕ ਕਲਿੱਪ ਦਿਖਾਉਂਦੀ ਹਾਂ, ਉੱਥੋਂ ਤੁਹਾਨੂੰ ਕਲੀਅਰ ਹੋ ਜਾਊਗਾ ਕਿ ਸਾਈਬਰ ਕ੍ਰਾਈਮ ਕੀ ਹੈ। ਆਓ ਦੇਖੀਏ। मैं अब इसमें FB ओपन करती हूँ। अब ये क्या आया? You won 60 lakh rupees to get send your name, bank details and address। ओके, ईमेल ओपन करके देखती हूँ। ओह, ये क्या हो रहा है? पीसी का सारा डेटा कॉपी हो रहा है। ये कॉपी रुक क्यों नहीं रही है? क्या हुआ बेटा? मम्मी, मैं लैपटॉप में FB ओपन कर रही थी तो उसमें एक मेल आया। जब मैंने वो मेल ओपन किया
तो लैपटॉप का सारा डेटा कॉपी होने लग गया। मैं तेरे पापा को बोलती हूँ। अजी सुनते हो? बोलो क्या हुआ? हमारे साथ एक फ्रॉड हुआ है। कैसे, क्या हो गया? अब हम क्या करें? चलो हम साइबर क्राइम के ऑफिस चलते हैं। क्यों? वहाँ क्या है? लगता है हमारे साथ साइबर क्राइम हुआ है। सर एक्चुअली मेरी बेटी लैपटॉप यूज कर रही थी तो एक अननोन ईमेल आया और अचानक से सारा डेटा कॉपी हो गया। आपके साथ साइबर क्राइम हुआ है। भारत सबसे ज़्यादा इंटरनेट इस्तेमाल करने वाला विश्व का तीसरा देश है। आप अपने कंप्यूटर, मोबाइल आदि से कहीं न कहीं इंटरनेट से जुड़े हैं। इसीलिए साइबर क्राइम, साइबर अपराध, साइबर आतंकवाद जैसे शब्दों के बारे में आपका जानना ज़रूरी है। हाँ जी बेटा, ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਸਾਈਬਰ ਕ੍ਰਾਈਮ ਕੀ ਹੈ। ਤਾਂ ਹੁਣ ਆਪਾਂ ਦੇਖੀਏ ਕਿ ਟਾਈਪਸ ਕੀ ਹੈ ਸਾਈਬਰ ਕ੍ਰਾਈਮਸ ਦੀਆਂ। ਆਪਣੇ ਕੋਲ ਇਹ ਟਾਈਪਸ ਨੇ ਵਾਇਰਸਸ, ਐਡਵੇਅਰ, ਟ੍ਰੋਜਨ ਹੋਰਸ, ਰੈਂਸਮਵੇਅਰ, ਫਿਸ਼ਿੰਗ ਈਮੇਲਸ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਟਾਈਪਸ ਪੜ੍ਹਨ ਤੋਂ ਪਹਿਲਾਂ ਮੈਂ ਕੁਝ ਡਿਟੇਲ ਤੁਹਾਨੂੰ ਵੈਸੇ ਦੱਸਾਂਗੀ ਕਿ ਜਿਵੇਂ ਅਸੀਂ ਦੇਖਦੇ ਹਾਂ ਕਿ ਅੱਜ ਜਿਹੜੀ ਆਪਣਾ ਪੂਰਾ ਵਰਲਡ ਹੈ ਇੰਟਰਨੈਟ ਦੀ ਵਿੱਚ ਇਸ ਤਰ੍ਹਾਂ ਡੁੱਬਿਆ ਹੋਇਆ ਹੈ ਕਿ ਸਾਡੇ ਸਾਰੇ ਕੰਮ ਇੰਟਰਨੈਟ ਦੇ ਜ਼ਰੀਏ ਹੁੰਦੇ ਆ। मोस्ट ऑफ कंपनीज की कंप्यूटर सिस्टम ਤੇ ਆਪਣਾ ਜ਼ਿਆਦਾ ਡਾਟਾ ਸਟੋਰ ਕਰਦੀਆਂ। ਠੀਕ ਹੈ, ਤੇ ਅਸੀਂ ਆਪਣੇ ਕ੍ਰੈਡਿਟ ਕਾਰਡ ਦੀ ਹੈਲਪ ਨਾਲ ਆਨਲਾਈਨ ਸ਼ਾਪਿੰਗ ਵੀ ਕਰਦੇ ਰਹਿੰਦੇ ਆ। ਇਹਦੇ ਨਾਲ ਕੀ ਹੁੰਦਾ ਹੈ ਕਿ ਜਿਹੜਾ ਸਾਡਾ ਡਾਟਾ ਤੇ ਸਾਡੀ ਪਰਸਨਲ ਇਨਫੋਰਮੇਸ਼ਨ ਤੇ ਰਿਸਕ ਹੁੰਦਾ ਹੈ। ਇਸ ਨਾਲ ਕੀ ਹੁੰਦਾ ਹੈ ਕਿ ਸਾਈਬਰ ਕ੍ਰਾਈਮ ਦਾ ਜਿਹੜਾ ਚਾਂਸਸ ਹੈ ਉਹ ਵੱਧ ਜਾਂਦਾ ਹੈ ਤੇ ਸਾਈਬਰ ਕ੍ਰਾਈਮ ਨੂੰ ਰੋਕਣ ਲਈ ਹਰ ਦੇਸ਼ ਵਿੱਚ ਇੱਕ ਸਾਈਬਰ ਕਾਨੂੰਨ ਬਣਾਇਆ ਗਿਆ, ਜਿਵੇਂ ਕਿ ਤੁਸੀਂ ਲਾਸਟ ਵੀਡੀਓ ਦੇ ਵਿੱਚ ਵੀ ਦੇਖਿਆ। ਠੀਕ ਹੈ, ਉਸ 'ਚ ਕੀ ਹੈ ਕਿ ਉਹ ਸਾਈਬਰ ਆਫਿਸ ਦੇ ਵਿੱਚ ਜਾਂਦੇ ਆ ਤੇ ਉੱਥੇ ਆਪਣਾ ਜੋ ਵੀ ਰਿਪੋਰਟ ਵਗੈਰਾ ਉਹ ਦਰਜ ਕਰਦੇ ਆ। ਤਾਂ ਇਸ ਚੀਜ਼ ਨੂੰ ਰੋਕਣ ਦੇ ਲਈ ਹਰੇਕ ਦੇਸ਼ ਵਿੱਚ ਕੀ ਬਣਾਇਆ ਹੋਇਆ ਸਾਈਬਰ ਕਾਨੂੰਨ, ਡਿਫਰੈਂਟ ਆਫਿਸ ਬਣਾਇਆ ਗਿਆ ਹੈ ਜਿੱਥੇ ਤੁਸੀਂ ਜਾ ਕੇ ਆਪਣੀ ਪ੍ਰੋਬਲਮ ਨੂੰ ਦਰਜ ਕਰਵਾ ਸਕਦੇ ਹੋ, ਜਿਸ ਦਾ ਮੇਨ ਮੋਟਿਵ ਇਹ ਹੈ ਕਿ ਇੰਟਰਨੈਟ ਦੇ ਜ਼ਰੀਏ ਹੋਣ ਵਾਲੇ ਜਿੰਨੇ ਵੀ ਅਪਰਾਧ ਨੂੰ ਰੋਕਿਆ ਜਾ ਸਕੇ। परंतु इंटरनेट यूजर्स ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਾਈਬਰ ਅਟੈਕ ਕਿੰਨੇ ਤਰ੍ਹਾਂ ਦੇ ਹੁੰਦੇ ਆ, ਕਿਉਂਕਿ ਇਹਦੇ 'ਚ ਇਹ ਹੈ ਕਿ ਜਦੋਂ ਤੁਸੀਂ ਉਸ ਦੀ ਕੰਪਲੇਂਟ ਕਰਦੇ ਹੋ ਤਾਂ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਸਾਡੀ ਜਿਹੜੀ ਇਨਫੋਰਮੇਸ਼ਨ ਹੈ ਜਾਂ ਸਾਡੇ ਡਾਟੇ ਦੇ ਨਾਲ ਕਿਸ ਤਰ੍ਹਾਂ ਦਾ ਨੁਕਸਾਨ ਹੋਇਆ ਹੈ ਜਾਂ ਸਾਨੂੰ ਇੰਟਰਨੈਟ ਦੇ ਜ਼ਰੀਏ ਸਾਨੂੰ ਕੀ ਪ੍ਰੋਬਲਮ ਆਈ ਹੈ। ਤਾਂ ਇਹਦੀਆਂ ਅੱਗੇ ਟਾਈਪਸ ਨੇ, ਠੀਕ ਹੈ, ਉਹ ਤੁਹਾਨੂੰ ਅੰਡਰਸਟੈਂਡ ਕਰਨੀਆਂ ਪੈਣਗੀਆਂ ਵੀ ਕਿਸ ਤਰ੍ਹਾਂ ਦੀ ਸਾਡੇ ਨਾਲ ਪ੍ਰੋਬਲਮ ਆ ਸਕਦੀ ਹੈ। ਨੰਬਰ 1 ਇਜ਼ ਵਾਇਰਸਸ। ਵਾਇਰਸਸ ਕੀ ਹੈ? ਕੰਪਿਊਟਰ ਵਾਇਰਸ ਬਾਰੇ ਤੁਸੀਂ ਸੁਣਿਆ ਹੀ ਹੋਣਾ ਹੈ ਕਿ ਜੋ ਇੱਕ ਤਰ੍ਹਾਂ ਦਾ ਮਾਲਵੇਅਰ ਪ੍ਰੋਗਰਾਮ ਹੁੰਦਾ ਹੈ ਜਿਨ੍ਹਾਂ ਨੂੰ ਖਾਸ ਤੌਰ ਤੇ ਯੂਜ਼ਰਸ ਦੇ ਕੰਪਿਊਟਰਸ ਨੂੰ ਨੁਕਸਾਨ ਪਹੁੰਚਾਉਣ ਲਈ ਬਣਾਇਆ ਗਿਆ ਹੈ। ਵਾਇਰਸ ਸਹੀ ਸਮੇਂ ਤੇ ਕੀ ਕਰਦੇ ਆ ਕਿ ਆਪਣੇ ਆਪ ਨੂੰ ਕਾਪੀ ਕਰਕੇ ਪੂਰੇ ਸਿਸਟਮ ਦੇ ਵਿੱਚ ਇਸ ਤਰ੍ਹਾਂ ਫੈਲ ਜਾਂਦੇ ਆ ਕਿ ਯੂਜ਼ਰਸ ਦੀ ਪਰਮਿਸ਼ਨ ਤੋਂ ਬਿਨਾਂ ਹੀ ਉਹ ਕੰਪਿਊਟਰ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਤੇ ਉਹਨਾਂ ਦਾ ਡਾਟਾ ਕੀ ਕਰ ਲੈਂਦੇ ਆ, ਚੁਰਾ ਲੈਂਦੇ ਆ। ਤਾਂ ਇਹ ਸੀ ਵਾਇਰਸਸ। ਠੀਕ ਹੈ, ਨੈਕਸਟ ਇਜ਼ ਐਡਵੇਅਰ। ਐਡਵੇਅਰ ਇਜ਼ ਅ ਕਲੈਕਸ਼ਨ ਆਫ ਮਾਲਵੇਅਰ। ठीक है, एक ये एक तरह वायरसेस दी ही कलैक्शन है, एक तो ज़्यादा वायरसेस जो इकट्ठे होंगे तो उन्होंने एडवेयर कहने हैं। जिवें तुसीं कोई काम करते होंगे एकदम पॉपअप मेनू तुहाडे सामने नहीं क्रिएट हो जाते, पॉपअप मैसेजेस क्रिएट होंगे हैं, तो वो की करते कि तुहानूं अपनी एडवरटाइजमेंट दिखाते हैं अलग अलग तरह की कि साडी साइट ते ये चीज़ परचेज करो जां साडा आ चीज़ देखो। अट्रैक्टिव बनाते हैं और एडवरटाइजमेंट्स नूं अट्रैक्टिव बना के तुहानूं अट्रैक्ट करने की कोशिश करते हैं। तो इस तरह के अट्रैक्टिव सॉफ्टवेयर्स बना के, ठीक है, तुहानूं अपने आप ते क्लिक करवाउण लई मजबूर करते हैं ये पॉपअप मेनूज। तो जो भी कोई यूजर सॉफ्टवेयर नूं डाउनलोड करते हैं तो हैकर्स उस सॉफ्टवेयर की हैल्प नाल यूजर्स के कंप्यूटर नूं एक्सैस कर लेंदे हैं। ठीक है, फिर ਜਾਂ ਤਾਂ इंपॉर्टेंट फाइल्स या डाटा ਨੂੰ डिलीट कर देंगे हैं या फिर उन्होंने डाटा चोरी कर लेंदे हैं। दिस इज ऑल अबाउट एडवेयर। नेक्स्ट इज ट्रोजन हॉर्स। ट्रोजन हॉर्स भी की है कि ये भी एक मैलवेयर प्रोग्राम है जो खुद ਨੂੰ उपयोगी सॉफ्टवेयर ਦੇ ਰੂਪ ਵਿੱਚ ਪ੍ਰਸਤੁਤ ਕਰਦਾ ਹੈ। उपयोगी सॉफ्टवेयर समझ रहे हो ना। तो ट्रोजन साडे सिस्टम ਨੂੰ ਕੀ ਕਰਦੇ ਨੇ, कंट्रोल कर ਲੈਂਦਾ ਹੈ। ट्रोजन ਹੋਰ ਵਾਇਰਸਸ ਦੀ ਤਰ੍ਹਾਂ ਆਪਣੇ ਆਪ ਨੂੰ ਕਾਪੀ ਕ੍ਰੀਏਟ ਨਹੀਂ ਕਰਦਾ, ਪਰ ਇਹ ਵਾਇਰਸ ਕੀ ਕਰਦਾ ਹੈ ਸਿਸਟਮ ਵਿੱਚ। ਵਾਇਰਸ ਕੀ ਹੁੰਦਾ ਕਿ ਸਿਸਟਮ ਦੇ ਵਿੱਚ ਇਸ ਤਰ੍ਹਾਂ ਇੰਸਟਾਲ ਹੋ ਜਾਂਦਾ ਹੈ ਕਿ ਇਹ ਸਿਸਟਮ ਦੀਆਂ ਫਾਈਲਸ ਨੂੰ ਤਾਂ ਡਿਲੀਟ ਕਰ ਦਿੰਦੇ ਹੈ ਤੇ ਇਹਦੀ ਜਿਹੜੀ ਟੋਟਲ ਇਨਫੋਰਮੇਸ਼ਨ ਹੈ ਜਾਂ ਪਾਸਵਰਡਸ ਹੈ ਜਾਂ ਲੌਗਇਨ ਜੋ ਵੀ ਡਿਟੇਲਸ ਹੁੰਦੀਆਂ ਉਹਨਾਂ ਨੂੰ ਕੀ ਕਰ ਲੈਂਦੇ ਆ, ਚੋਰੀ ਕਰ ਦਿੰਦੇ ਆ ਤੇ ਜਾਂ ਫਿਰ ਉਹ ਸਿਸਟਮ ਨੂੰ ਕੀ ਕਰ ਦਿੰਦੇ ਆ, ਲੌਕ ਕਰ ਦਿੰਦੇ ਆ। ਠੀਕ ਹੈ, ਇਹ ਖੁਦ ਚ ਆਪਣੇ ਆਪ ਚ ਇੱਕ ਸੌਫਟਵੇਅਰ ਹੁੰਦਾ ਹੈ ਜਿੰਨੇ ਕਿ ਵਾਇਰਸਸ
ਇਸ ਸੌਫਟਵੇਅਰ ਨੇ ਕੀ ਕੰਮ ਕਰਨਾ ਹੁੰਦਾ ਕਿ ਆਪਣੇ ਆਪ ਨੂੰ ਸਿਸਟਮ ਦੇ ਵਿੱਚ ਇੰਸਟਾਲ ਕਰ ਲੈਣਾ ਹੁੰਦਾ ਹੈ ਤੇ ਉਸ ਦੇ ਵਿੱਚ ਇੰਸਟਾਲ ਕਰਕੇ ਹੀ ਉਹ ਆਪਣਾ ਸਾਰਾ ਜੋ ਵੀ ਡਾਟਾ ਹੈ ਉਹਨੂੰ ਐਕਸੈਸ ਕਰਕੇ ਚੋਰੀ ਕਰਕੇ ਜਾਂ ਡਿਲੀਟ ਕਰ ਦਿੰਦਾ ਹੈ ਜਾਂ ਫਿਰ ਸਿਸਟਮ ਨੂੰ ਹੀ ਕਰ ਦਿੰਦਾ ਹੈਂਗ ਕਰ ਦਿੰਦਾ ਹੈ ਲੌਕ ਕਰ ਦਿੰਦਾ ਹੈ। ਠੀਕ ਹੈ, ਨੈਕਸਟ ਇਜ਼ ਰੈਂਸਮਵੇਅਰ। ਰੈਂਸਮਵੇਅਰ ਵੀ ਤੁਸੀਂ ਬਹੁਤ ਵਾਰ ਸੁਣਿਆ ਹੋਣਾ ਹੈ। ਇਹ ਯੂਜ਼ਰਸ ਦੇ ਸਿਸਟਮ ਤੇ ਹਮਲਾ ਕਰਦੇ ਹਨ ਤੇ ਇਹਨਾਂ ਦਾ ਕੀ ਕੰਮ ਹੈ ਕਿ ਕੰਪਿਊਟਰ ਫਾਈਲਸ ਨੂੰ ਕਾਫੀ ਨੁਕਸਾਨ ਪਹੁੰਚਾਉਂਦੇ ਹਨ ਤੇ ਉਸ ਤੋਂ ਬਾਅਦ ਇਹ ਜਿਸ ਦਾ ਵੀ ਕੰਪਿਊਟਰ ਸਿਸਟਮ ਖਰਾਬ ਮਤਲਬ ਜੋ ਵੀ ਸਿਸਟਮ ਹੁੰਦਾ ਆਪਣਾ ਕੰਪਿਊਟਰ ਸਿਸਟਮ ਉਹਨੂੰ ਖਰਾਬ ਕਰਦੇ ਹਨ। ਠੀਕ ਹੈ, ਸਿਸਟਮ ਉਹਨਾਂ ਨੇ ਕੀ ਕਰ ਦੇਣਾ ਹੈ, ਖਰਾਬ ਕਰ ਦੇਣਾ ਹੈ। ਫਿਰ ਜਿਸ ਬੰਦੇ ਦਾ ਵੀ ਇਹ ਸਿਸਟਮ ਹੈ ਉਸ ਤੋਂ ਰਿਸ਼ਵਤ ਲੈਂਦੇ ਆ ਤੇ ਬਾਅਦ ਵਿੱਚ ਉਹਨਾਂ ਦੇ ਸਿਸਟਮ ਨੂੰ ਹੀ ਉਹ ਛੱਡਦੇ ਨੇ। ਠੀਕ ਹੈ, ਤਾਂ ਇਹ ਹੁੰਦਾ ਰੈਂਸਮਵੇਅਰ। ਨੈਕਸਟ ਇਜ਼ ਫਿਸ਼ਿੰਗ ਈਮੇਲਸ। ਫਿਸ਼ਿੰਗ ਈਮੇਲਸ ਕੀ ਹੈ, ਇਸ ਦਾ ਯੂਜ਼ ਆਮ ਤੌਰ ਤੇ ਯੂਜ਼ਰਸ ਦੀ ਪਰਸਨਲ ਇਨਫੋਰਮੇਸ਼ਨ ਨੂੰ ਚੁਰਾਉਣ ਲਈ ਕੀਤਾ ਜਾਂਦਾ ਹੈ। ਠੀਕ ਹੈ, ਇਸ ਟਾਈਪ ਦਾ ਜੋ ਵੀ ਹੈ ਤੁਹਾਡਾ, ਤਾਂ ਇਹ ਇੱਕ ਤਰ੍ਹਾਂ ਦਾ ਫਰਾਡ ਹੁੰਦਾ ਹੈ ਤੇ ਫਰਾਡ ਵਾਲੇ ਈਮੇਲ ਲੋਕਾਂ ਨੂੰ ਭੇਜੇ ਜਾਂਦੇ ਆ। ਠੀਕ ਹੈ, ਤਾਂ ਤੁਹਾਨੂੰ ਕੀ ਹੈ ਕਿ ਜੇ ਵੀ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਕੋਈ ਐਡ ਵਾਲੀ ਜਾਂ ਡਿਫਰੈਂਟ ਈਮੇਲ ਆਉਂਦੀ ਹੈ ਤੁਹਾਨੂੰ ਆਪਣੀ ਈਮੇਲਸ ਦੇ ਉੱਤੇ ਕਲਿੱਕ ਨਹੀਂ ਕਰਨਾ ਚਾਹੀਦਾ। ਜਿਸ ਤੋਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹ ਈਮੇਲ ਕਿਸੇ ਵਧੀਆ ਸੰਸਥਾ ਤੋਂ ਆਈ ਹੁੰਦੀ ਹੈ। ਆਪਾਂ ਨੂੰ ਇਹ ਲੱਗਣ ਲੱਗ ਜਾਂਦਾ ਹੈ ਨਾ, ਜਿਸ ਤਰ੍ਹਾਂ ਨਾਲ ਕੀ ਹੁੰਦਾ ਕਿ ਉਹ ਮੇਲ ਦੇ ਮਕਸਦ ਨਾਲ ਜੇ ਤੁਸੀਂ ਉਹ ਮੇਲ ਤੇ ਕਲਿੱਕ ਕਰਦੇ ਹੋ ਤਾਂ ਤੁਹਾਡਾ ਜ਼ਰੂਰੀ ਡਾਟਾ ਠੀਕ ਹੈ ਉਹ ਚੁਰਾ ਲੈਂਦੇ ਆ, ਜਿਵੇਂ ਕਿ ਤੁਹਾਡੀ ਕ੍ਰੈਡਿਟ ਕਾਰਡ ਇਨਫੋਰਮੇਸ਼ਨ, ਲੌਗਇਨ ਪਾਸਵਰਡ, ਇਹ ਸਾਰਾ ਕੁਝ। ਇਹ ਫਿਸ਼ਿੰਗ ਈਮੇਲਸ ਜੋ ਤੁਹਾਡੀ ਟਾਈਪ ਹੈ ਉਹ ਇਸ ਤਰ੍ਹਾਂ ਦੇ ਜਿਹੜੇ ਅਪਰਾਧ ਹੈ ਉਹ ਫਿਸ਼ਿੰਗ ਈਮੇਲਸ ਦੇ ਵਿੱਚ ਆਉਂਦੇ ਆ। ਠੀਕ ਹੈ, ਤਾਂ ਹੁਣ ਬੱਚਿਓ ਤੁਸੀਂ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਕਿ ਤੁਸੀਂ ਮੰਨ ਲਓ ਕੋਈ ਆਪਣੀ ਈਮੇਲ ਆਈਡੀ ਬਣਾਈ ਹੈ ਜਾਂ ਫੇਸਬੁੱਕ ਅਕਾਊਂਟ ਬਣਾਇਆ ਹੈ ਜਾਂ ਕੋਈ ਵੀ ਫਰਦਰ ਅਕਾਊਂਟ ਜਿੱਥੇ ਤੁਸੀਂ ਲੌਗਇਨ ਪਾਸਵਰਡਸ ਦਾ ਯੂਜ਼ਰ ਨੇਮ ਪਾਸਵਰਡਸ ਦਾ ਯੂਜ਼ ਕਰਦੇ ਹੋ, ਤਾਂ ਤੁਹਾਨੂੰ ਆਪਣਾ ਜਿਹੜਾ ਪਾਸਵਰਡ ਹੈ ਉਹ ਟਾਈਮਲੀ ਚੇਂਜ ਕਰਨਾ ਚਾਹੀਦਾ ਹੈ। ਠੀਕ ਹੈ, ਇੱਕੋ ਪਾਸਵਰਡ ਨਹੀਂ ਰੱਖਣਾ ਚਾਹੀਦਾ ਤੇ ਤੁਸੀਂ ਇਹ ਪਾਸਵਰਡ ਕਿਸੇ ਨਾਲ ਪਲੀਜ਼ ਨਾ ਸ਼ੇਅਰ ਕਰਿਆ ਕਰੋ। ਠੀਕ ਹੈ, ਇਹ ਪਾਸਵਰਡ ਸਿਰਫ ਤੁਹਾਡੇ ਪੇਰੈਂਟਸ ਨੂੰ ਪਤਾ ਹੋਵੇ ਜਾਂ ਤੁਹਾਨੂੰ ਪਤਾ ਹੋਵੇ। ਠੀਕ ਹੈ, ਇਹ ਪਾਸਵਰਡ ਤੁਸੀਂ ਕਿਸੇ ਨਾਲ ਵੀ ਸ਼ੇਅਰ ਨਹੀਂ ਕਰਨਾ। ਤਾਂ ਹੁਣ ਆਪਾਂ ਇਹ ਕਹਿ ਸਕਦੇ ਹਾਂ ਕਿ ਇਹਨਾਂ ਸਾਰੇ ਜੋ ਵੀ ਟਾਈਪਸ ਹੈ ਤੁਹਾਡੇ ਕ੍ਰਾਈਮਸ ਦੀਆਂ ਟਾਈਪਸ ਨੇ, ਇਹਨਾਂ ਨੂੰ ਓਵਰਕਮ ਕਰਨ ਦੇ ਲਈ ਜੋ ਸਾਨੂੰ ਚਾਹੀਦਾ ਸੀ ਉਹ ਹੈਗਾ ਸਾਡੇ ਕੋਲੇ ਸਾਈਬਰ ਸਿਕਿਉਰਿਟੀ। ਤਾਂ ਸਾਈਬਰ ਸਿਕਿਉਰਿਟੀ ਦਾ ਮੇਨ ਮੋਟਿਵ ਹੈ ਕਿ ਕੌਨਫੀਡੈਂਸ਼ੀਅਲ ਇਨਫੋਰਮੇਸ਼ਨ ਜੋ ਵੀ ਹੁੰਦੀ ਹੈ, ਸਿਕਿਉਰ ਇਨਫੋਰਮੇਸ਼ਨ ਹੈ, ਉਹਨੂੰ ਕੀ ਕਰਨਾ, ਸੇਵ ਰੱਖਣਾ। ਤਾਂ ਦਿਸ ਇਜ਼ ਆਲ ਅਬਾਊਟ ਸਾਈਬਰ ਕ੍ਰਾਈਮ। ਹੁਣ ਆਪਣਾ ਜੋ ਮੇਨ ਟੌਪਿਕ ਹੈ ਸਾਈਬਰ ਸਿਕਿਉਰਿਟੀ। ਸਾਈਬਰ ਸਿਕਿਉਰਿਟੀ ਬਾਰੇ ਆਪਾਂ ਪੜਾਂਗੇ। ਹਾਂਜੀ, ਸਾਈਬਰ ਸਿਕਿਉਰਿਟੀ ਕੀ ਹੈ? ਸਾਈਬਰ ਸਿਕਿਉਰਿਟੀ is the protection of internet connected system including hardware, software and the programs and data from cyber attacks। clear ਹੈ ਨਾ? ਤਾਂ ਇਹਦਾ ਕੀ ਮਤਲਬ ਹੈ ਕਿ ਸਾਈਬਰ ਸਿਕਿਉਰਿਟੀ ਦਾ ਬੇਸਿਕਲੀ ਕੀ ਹੈ, ਇੱਕ ਤਰ੍ਹਾਂ ਦੀ ਪ੍ਰੋਟੈਕਸ਼ਨ ਹੈ, ਬਚਾਅ ਕਰਨਾ ਹੈ। ਠੀਕ ਹੈ, ਕਿੱਥੋਂ ਬਚਾਅ ਕਰਨਾ ਹੈ ਕਿ ਜੋ ਵੀ ਸਾਡੇ ਇੰਟਰਨੈਟ ਕਨੈਕਟਡ ਸਿਸਟਮਸ ਹੈ, ਮੀਨਸ ਜੋ ਸਾਡੇ ਇੰਟਰਨੈਟ ਕਨੈਕਟਡ ਸਿਸਟਮ ਹੈ, ਚਾਹੇ ਉਹ ਮਤਲਬ ਜੋ ਵੀ ਸਾਡਾ ਸਿਸਟਮ ਦਾ ਕੋਈ ਵੀ ਪਾਰਟ ਹੈ, ਹਾਰਡਵੇਅਰ ਪਾਰਟ ਹੈ, ਸੌਫਟਵੇਅਰ ਪਾਰਟ ਹੈ, ਜੋ ਇੰਟਰਨੈਟ ਨਾਲ ਕਨੈਕਟ ਹੈ, ਉਸ ਤੇ ਸਾਈਬਰ ਅਟੈਕ ਦਾ ਰਿਸਕ ਹੁੰਦਾ ਹੈ। ਪਰ ਜਿਹੜੇ ਸਾਡੇ ਡਿਵਾਈਸਿਸ ਇੰਟਰਨੈਟ ਨਾਲ ਕਨੈਕਟਡ ਨਹੀਂ ਹੁੰਦੇ ਉਹਨਾਂ ਤੇ ਸਾਈਬਰ ਅਟੈਕ ਦਾ ਰਿਸਕ ਹੈ ਉਹ ਨਹੀਂ ਹੈ। ਤਾਂ ਇੰਟਰਨੈਟ ਦੇ ਜ਼ਰੀਏ ਹੀ ਸਾਈਬਰ ਅਟੈਕ ਦਾ ਰਿਸਕ ਹੁੰਦਾ ਹੈ। ਠੀਕ ਹੈ, ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਸਾਈਬਰ ਹੈਕਰ ਅਟੈਕਸ ਸਾਡੇ ਸਿਸਟਮ ਨੂੰ ਕੀ ਕਰ ਸਕਦੇ ਆ, ਕਰਪਟ ਕਰ ਸਕਦੇ ਆ। ਤਾਂ ਸਾਈਬਰ ਸਿਕਿਉਰਿਟੀ ਮੇਨਲੀ ਕੀ ਕਰਦੀ ਹੈ, ਬਚਾਅ ਕਰਦੀ ਹੈ ਸਾਡੇ ਸਾਰੇ ਇੰਟਰਨੈਟ ਕਨੈਕਟਡ ਸਿਸਟਮਸ, ਚਾਹੇ ਉਹ ਹਾਰਡਵੇਅਰ ਹੈ, ਸੌਫਟਵੇਅਰ ਹੈ, ਪ੍ਰੋਗਰਾਮ ਹੈ, ਡੇਟਾ ਹੈ। ਹੁਣ ਹਾਰਡਵੇਅਰ ਸੌਫਟਵੇਅਰ ਦੇ ਵਿੱਚ ਕੀ ਹੈ, ਹਾਰਡਵੇਅਰ ਸੌਫਟਵੇਅਰ ਦੇ ਵਿੱਚ ਤੁਹਾਡਾ ਮਾਊਸ, ਕੀਬੋਰਡ ਵਗੈਰਾ ਆ ਜਾਏਗਾ। ਹਾਰਡਵੇਅਰ ਦੇ ਵਿੱਚ ਤੁਹਾਡਾ ਮਾਊਸ ਤੇ ਕੀਬੋਰਡ ਆਏਗਾ ਤੇ ਸੌਫਟਵੇਅਰ ਦੇ ਵਿੱਚ ਤੁਹਾਡਾ ਆਏਗਾ, ਤੁਹਾਡੀਆਂ ਐਪਲੀਕੇਸ਼ਨਸ ਆ ਜਾਣਗੀਆਂ, ਲਾਈਕ ਕਿਵੇਂ ਬੈਂਕਿੰਗ ਐਪਲੀਕੇਸ਼ਨ ਹੈ। ਠੀਕ ਹੈ, ਜਾਂ ਤੁਸੀਂ ਕੋਈ ਟ੍ਰਾਂਜੈਕਸ਼ਨਸ ਕਰ ਰਹੇ ਹੋ ਬੈਂਕਿੰਗ ਦੇ ਵਿੱਚ, ਇਹ ਸਾਰੀਆਂ ਜੋ ਐਪਲੀਕੇਸ਼ਨਸ ਨੇ ਉਹ ਤੁਹਾਡੀਆਂ ਸੌਫਟਵੇਅਰ ਦੇ ਵਿੱਚ ਆ ਜਾਣਗੀਆਂ। ਪ੍ਰੋਗਰਾਮ ਡਾਟਾ, ਕੰਪਿਊਟਰ ਤੇ ਜੋ ਵੀ ਤੁਹਾਡਾ ਪਰਸਨਲ ਡਾਟਾ ਪਿਆ, ਪਿਕਚਰਸ ਪਈਆਂ ਜੋ ਤੁਸੀਂ ਚਾਹੁੰਦੇ ਹੋ ਲੀਕ ਨਾ ਹੋਵੇ, ਉਹ ਸਾਰੀਆਂ ਚੀਜ਼ਾਂ ਨੂੰ ਪ੍ਰੋਟੈਕਸ਼ਨ ਦੇਣੀ। ਠੀਕ ਹੈ, ਤੇ ਇਹਨਾਂ ਸਾਰੀ ਚੀਜ਼ਾਂ ਨੂੰ ਕੀ ਕਰਦਾ ਇਹ ਸਾਈਬਰ ਸਿਕਿਉਰਿਟੀ ਦਾ ਮੇਨ ਮੋਟਿਵ ਹੈ ਕਿ ਸਾਡੇ ਹਾਰਡਵੇਅਰ, ਸੌਫਟਵੇਅਰ, ਪ੍ਰੋਗਰਾਮ ਡਾਟਾ ਨੂੰ ਸਾਈਬਰ ਅਟੈਕਸ ਤੋਂ ਬਚਾਉਣਾ। ਠੀਕ ਹੈ, ਹੁਣ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਸਾਈਬਰ ਕੀ ਹੈ ਤੇ ਸਿਕਿਉਰਿਟੀ ਕੀ ਹੈ। ਦੇਖੋ, ਸਾਈਬਰ ਸਿਕਿਉਰਿਟੀ ਦੋ ਵਰਡਸ ਦਾ ਮੇਲ ਹੈ, ਸਾਈਬਰ ਪਲੱਸ ਸਿਕਿਉਰਿਟੀ। ਤਾਂ ਸਾਈਬਰ ਕੀ ਹੈ? ਦੇਖੋ, ਸਾਈਬਰ ਦੇ ਵਿੱਚ ਕੰਪਿਊਟਰ ਸਿਸਟਮ, ਨੈਟਵਰਕ, ਪ੍ਰੋਗਰਾਮ ਡਾਟਾ, ਜੋ ਅਸੀਂ ਡੈਫੀਨੇਸ਼ਨ ਦੇ ਵਿੱਚ ਪੜ੍ਹ ਕੇ ਆਏ ਹਾਂ। ਬੱਚਿਓ, ਤੁਸੀਂ ਬਚਪਨ ਦੇ ਵਿੱਚ ਤੁਸੀਂ ਸਾਈਬਰ ਕੈਫੇ ਦਾ ਨਾਮ ਜ਼ਰੂਰ ਸੁਣਿਆ ਹੋਊਗਾ। ਠੀਕ ਹੈ, ਉਹਦੇ ਵਿੱਚ ਕੀ ਹੈ ਕਿ ਉਦੋਂ ਸਾਡੇ ਕੋਲ ਇੰਡੀਵਿਜੂਅਲ ਫੋਨਸ ਨਹੀਂ ਹੁੰਦੇ ਸੀ, ਪਰ ਅੱਜ ਕੱਲ੍ਹ ਸਾਡਾ ਮਤਲਬ ਨੈਟ ਇੰਨਾ ਕਾਮਨ ਹੋ ਗਿਆ, ਇੰਟਰਨੈਟ ਅਸੀਂ ਹਰ ਕੋਈ ਸਾਡੇ ਹੈਂਡ ਦੇ ਵਿੱਚ ਅਸੀਂ ਯੂਜ਼ ਕਰ ਰਹੇ ਹਾਂ। ਠੀਕ ਹੈ, ਉਦੋਂ ਕੀ ਸੀ, ਮੋਬਾਈਲ ਫੋਨਸ ਅਵੇਲੇਬਲ ਨਹੀਂ ਸੀ। ਠੀਕ ਹੈ, ਸਾਈਬਰ ਕੈਫੇ ਵਿੱਚ ਸਿਸਟਮ ਤੇ ਇੰਟਰਨੈਟ ਤੋਂ ਅਸੀਂ ਡਾਟਾ ਮਤਲਬ ਉਹ ਕਰਦੇ ਸੀ, ਐਕਸੈਸ ਕਰਦੇ ਸੀ। ਠੀਕ ਹੈ, ਤਾਂ
ਉਹੀ ਗੱਲ ਹੈ ਕਿ ਜਦੋਂ ਸਾਈਬਰ ਸੀ ਸਾਡੇ ਕੋਲੇ ਮਤਲਬ ਇੰਟਰਨੈਟ ਸੀ ਬਚਪਨ ਦੇ ਵਿੱਚ ਸਾਡੇ ਕੋਲ ਇੰਟਰਨੈਟ ਅਸੀਂ ਸਾਈਬਰ ਕੈਫੇ ਤੇ ਜਾ ਕੇ ਯੂਜ਼ ਕਰਦੇ ਸੀਗੇ। ਤਾਂ ਸਾਈਬਰ ਕੈਫੇ ਵਿੱਚ ਕੀ ਹੈ, ਸਿਸਟਮ ਤੇ ਇੰਟਰਨੈਟ, ਸਿਸਟਮ ਤੇ ਇੰਟਰਨੈਟ ਸਾਡੇ ਕੋਲ ਦੋਨੋਂ ਹੁੰਦੇ ਸੀ। ਠੀਕ ਹੈ, ਤਾਂ ਸਾਈਬਰ ਮੀਨਸ ਕੀ ਹੈ, ਕੰਪਿਊਟਰ ਸਿਸਟਮ ਵਿਦ ਇੰਟਰਨੈਟ। ਤੁਸੀਂ ਇਹ ਕਹਿ ਸਕਦੇ ਹੋ ਕਿ ਸਾਡੇ ਕੋਲ ਕੰਪਿਊਟਰ ਸਿਸਟਮ ਹੈ ਵਿਦ ਇੰਟਰਨੈਟ ਹੈ, ਤਾਂ ਉਹਨੂੰ ਅਸੀਂ ਕੀ ਕਵਾਂਗੇ, ਸਾਈਬਰ। ਠੀਕ ਹੈ, ਤਾਂ ਸਿਕਿਉਰਿਟੀ ਦਾ ਕੀ ਮਤਲਬ ਹੈ, ਸਿਕਿਉਰਿਟੀ ਮਤਲਬ ਕੰਪਿਊਟਰ ਸਿਸਟਮ ਦੀ ਸਿਕਿਉਰਿਟੀ, ਇੰਟਰਨੈਟ ਦੀ ਸਿਕਿਉਰਿਟੀ, ਤਾਂ ਕਿ ਜੋ ਨੈਟਵਰਕ ਸਿਕਿਉਰਿਟੀ ਉਹ ਸਾਡੀ ਇੰਟਰਨੈਟ ਦੀ ਸਿਕਿਉਰਿਟੀ ਹੈ, ਤਾਂ ਕਿ ਇੰਟਰਨੈਟ ਦੇ ਜੇ ਜਰੀਏ ਕੋਈ ਵੀ ਹੈਕਰ ਜਾਂ ਅਟੈਕਰ ਸਾਡੇ ਕੰਪਿਊਟਰ ਤੇ ਅਟੈਕ ਨਾ ਕਰ ਸਕੇ ਤੇ ਸਾਡਾ ਜਿਹੜਾ ਡਾਟਾ ਹੈ ਉਹ ਵੀ ਕੀ ਰਹਿ ਸਕੇ, ਸਿਕਿਉਰ ਰਹਿ ਸਕੇ। ਤਾਂ ਹੁਣ ਸਾਈਬਰ ਸਿਕਿਉਰਿਟੀ ਸਾਨੂੰ ਕਿਉਂ ਹੈ, ਦੇਖੋ ਜ਼ਰੂਰਤ ਇਹਦੀ ਸਾਨੂੰ ਪਤਾ ਹੀ ਹੈ ਕਿ ਟੈਕਨੋਲੋਜੀ ਦੇ ਵਧਣ ਨਾਲ ਅੱਜ ਕੀ ਹੈ, ਲਗਭਗ ਹਰ ਖੇਤਰ ਵਿੱਚ ਕੰਪਿਊਟਰ ਤੇ ਇੰਟਰਨੈਟ ਦਾ ਹੀ ਇਸਤੇਮਾਲ ਕੀਤਾ ਜਾ ਰਿਹਾ ਨਾ। ਅੱਜ ਕੱਲ੍ਹ ਅਸੀਂ ਆਪਣਾ ਹਰ ਕੰਮ ਇੰਟਰਨੈਟ ਦੇ ਜ਼ਰੀਏ ਕਰਾਉਂਦੇ ਹਾਂ, ਚਾਹੇ ਉਹ ਸਰਕਾਰੀ ਕੰਪਨੀ ਹੈ ਚਾਹੇ ਉਹ ਪ੍ਰਾਈਵੇਟ ਕੰਪਨੀ ਹੈ, ਇੰਟਰਨੈਟ ਤੋਂ ਬਿਨਾਂ ਕੋਈ ਕੰਮ ਨਹੀਂ ਹੁੰਦਾ। ਤੇ ਇੱਥੋਂ ਤੱਕ ਕਿ ਅਸੀਂ ਪੈਸਿਆਂ ਦਾ ਜਿਹੜਾ ਲੈਣ ਦੇਣ ਵੀ ਆ ਆਨਲਾਈਨ ਹੀ ਕਰਦੇ ਹਾਂ। ਤਾਂ ਮਤਲਬ ਇਹ ਕਿ ਹਰ ਪ੍ਰਕਾਰ ਦਾ ਡਾਟਾ ਜਾਂ ਸਾਡੀ ਸੂਚਨਾ ਦਾ ਆਦਾਨ ਪ੍ਰਦਾਨ ਹੈ ਉਹ ਸਾਡਾ ਇੰਟਰਨੈਟ ਤੇ ਹੀ ਹੋ ਰਿਹਾ ਹੈ। ਅਤੇ ਯੂਜ਼ਰਸ ਦੀਆਂ ਡਿਵਾਈਸਿਸ ਜਿਵੇਂ ਕਿ ਕੰਪਿਊਟਰ, ਮੋਬਾਈਲ, ਟੈਬਲੇਟ ਜੋ ਵੀ ਹੈ, ਉਹ ਅਸੀਂ ਕੀ ਹੈ, ਹਮੇਸ਼ਾ ਹੀ ਸਾਡੀਆਂ ਇੰਟਰਨੈਟ ਦੇ ਨਾਲ ਕਨੈਕਟ ਰਹਿੰਦੀਆਂ। ਤਾਂ ਇਸ ਦੇ ਹਿਸਾਬ ਨਾਲ ਅਸੀਂ ਕਹਿ ਸਕਦੇ ਹਾਂ ਕਿ ਇੰਟਰਨੈਟ ਦਾ ਇਸਤੇਮਾਲ ਅੱਜ ਪੂਰੀ ਦੁਨੀਆ ਦੇ ਵਿੱਚ ਹੋ ਰਿਹਾ ਹੈ ਅਤੇ ਯੂਜ਼ਰਸ ਆਪਣੇ ਕੰਮਾਂ ਲਈ ਇੰਟਰਨੈਟ ਵੀ ਯੂਜ਼ ਕਰਦੇ ਆ। ਤੇ ਇਹੀ ਫਿਰ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਯੂਜ਼ਰਸ ਦੇ ਜਿਹੜੇ ਕੰਮਾਂ ਕਾਰਾਂ ਨੂੰ, ਉਹਨਾਂ ਦੇ ਡਾਟਾ ਨੂੰ, ਉਹਨਾਂ ਦੀ ਫਾਈਨੈਂਸ਼ੀਅਲ ਸਟੇਟਮੈਂਟਸ ਨੂੰ, ਠੀਕ ਹੈ, ਕਿਸੇ ਵੀ ਤਰ੍ਹਾਂ ਦੇ ਫਰੋਡ, ਹੈਕਿੰਗ, ਵਾਇਰਸ, ਡਾਟਾ ਥੈਫਟ ਤੋਂ ਸਾਨੂੰ ਬਚਾਉਣਾ ਪਊਗਾ। ਕਿਉਂਕਿ ਅਸੀਂ ਬਹੁਤ ਸਾਰੀਆਂ ਖਬਰਾਂ ਵੀ ਸੁਣਦੇ ਹਾਂ ਕਿ ਕਿਤੇ ਡਾਟਾ ਚੋਰੀ ਹੋ ਗਿਆ, ਕਿਤੇ ਕ੍ਰਾਈਮ ਹੋਇਆ, ਸਾਈਬਰ ਕ੍ਰਾਈਮ ਹੋਇਆ, ਜਾਂ ਕਿਤੇ ਕੋਈ ਇਨਫੋਰਮੇਸ਼ਨ ਹੈਕ ਹੋਈ ਹੈ। ਤਾਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਾਉਣ ਦੇ ਲਈ ਸਾਨੂੰ ਕਿਹਦੀ ਜ਼ਰੂਰਤ ਪਈ, ਸਾਈਬਰ ਸਿਕਿਉਰਿਟੀ ਦੀ। ਤਾਂ ਯੂਜ਼ਰਸ ਦੇ ਡਾਟਾ ਨੂੰ ਸਿਕਿਉਰਿਟੀ ਪ੍ਰਦਾਨ ਕਰਨ ਦੇ ਲਈ ਜੋ ਸਾਨੂੰ ਸਾਈਬਰ ਸਿਕਿਉਰਿਟੀ ਦੀ ਜ਼ਰੂਰਤ ਹੈ, ਇੰਟਰਨੈਟ ਦੇ ਯੂਜ਼ਰਸ ਨੂੰ ਸਾਈਬਰ ਕ੍ਰਾਈਮ ਤੋਂ ਬਚਾਉਣ ਲਈ ਸਾਈਬਰ ਸਿਕਿਉਰਿਟੀ ਦਾ ਇਸਤੇਮਾਲ ਕੀਤਾ ਜਾਣਾ ਹੈ, ਜਿਸ ਵਿੱਚ ਯੂਜ਼ਰਸ ਦੇ ਡਾਟਾ ਨੂੰ ਪ੍ਰੋਟੈਕਸ਼ਨ ਦਿੱਤੀ ਜਾਣੀ ਹੈ। ਸਾਈਬਰ ਸਿਕਿਉਰਿਟੀ ਬਾਰੇ ਆਪਾਂ ਅੱਗੇ ਹੋਰ ਡਿਟੇਲ ਦੇ ਵਿੱਚ ਪੜ੍ਹਦੇ ਹਾਂ ਕਿ ਹੁਣ ਇਹਦੀ ਜ਼ਰੂਰਤ ਕਿਉਂ ਹੈ। ਹੋਰ ਵੈਸੇ ਤਾਂ ਮੈਂ ਤੁਹਾਨੂੰ ਇਸ ਦੇ ਵਿੱਚ ਸਾਰਾ ਕੁਝ ਦੱਸ ਚੁੱਕੀ ਹਾਂ ਕਿ ਇਹਦੀ ਕਿਉਂ ਲੋੜ ਹੈ ਆਪਾਂ ਨੂੰ, ਪਰ ਫਿਰ ਵੀ ਆਪਾਂ ਅੱਗੇ ਵੀ ਹੋਰ ਦੇਖਦੇ ਹਾਂ ਕਿ ਕਿੱਥੇ ਕਿੱਥੇ ਇਹਨਾਂ ਦੇ ਮੇਨ ਜਿਹੜੀ ਹੈਗੀ ਪ੍ਰੋਬਲਮ ਆਈ ਤੇ ਸਾਨੂੰ ਕੀ ਹੈ ਕਿ ਇਸ ਦੀ ਜ਼ਰੂਰਤ ਪਈ। ਠੀਕ ਹੈ, ਨੈਕਸਟ ਇਜ਼ ਨੀਡ ਆਫ ਸਾਈਬਰ ਸਿਕਿਉਰਿਟੀ। ਦੇਖੋ, ਨੰਬਰ 1 ਇਜ਼ ਟੂ ਪ੍ਰੋਟੈਕਟ ਪ੍ਰਾਈਵੇਟ ਡਾਟਾ। ਪ੍ਰਾਈਵੇਟ ਡਾਟਾ ਮੀਨਸ ਸਾਡੇ ਖੁਦ ਦਾ ਡਾਟਾ, ਮੀਨਸ ਮੰਨ ਲਓ ਅਸੀਂ ਬੈਂਕ ਟ੍ਰਾਂਜੈਕਸ਼ਨ ਕੀਤੀਆਂ, ਠੀਕ ਹੈ, ਸਾਡਾ ਡੈਬਿਟ ਕਾਰਡ ਨੰਬਰ ਸੇਵ ਹੈ, CVV ਨੰਬਰ ਸੇਵ ਹੈ, ਸਾਡੀਆਂ ਕੋਈ ਫੋਟੋਗ੍ਰਾਫ ਸੇਵ ਹੈ, ਤਾਂ ਸਾਨੂੰ ਇਹਦੇ ਲਈ ਕੀ ਚਾਹੀਦੀ ਹੈ, ਉਹਨਾਂ ਨੂੰ ਪ੍ਰੋਟੈਕਸ਼ਨ ਦੇਣ ਦੇ ਲਈ ਸਾਨੂੰ ਸਾਈਬਰ ਸਿਕਿਉਰਿਟੀ ਚਾਹੀਦੀ ਹੈ। ਨੈਕਸਟ ਇਜ਼ ਟੂ ਪ੍ਰੋਟੈਕਟ ਇੰਟੈਲੈਕਚੁਅਲ ਪ੍ਰੋਪਰਟੀ। ਇਹਦਾ ਮਤਲਬ ਕੀ ਹੈ, ਜੇ ਸਾਡੀ ਜਿਹੜੀ ਇੰਟੈਲੈਕਚੁਅਲ ਪ੍ਰੋਪਰਟੀ ਕੀ ਹੈ, ਬਹੁਤ ਸਾਰੇ ਲੋਕ ਜਿਵੇਂ ਰਿਸਰਚਸ ਕਰਦੇ ਆ, ਠੀਕ ਹੈ, ਜਦੋਂ ਰਿਸਰਚ ਕਰਦੇ ਆ ਤਾਂ ਉਹ ਕੋਈ ਚੀਜ਼ ਦੀ ਪ੍ਰੋਡਕਟਿਵਿਟੀ ਵੀ ਕਰਦੇ ਆ, ਫਿਰ ਉਹ ਕਾਪੀਰਾਈਟ ਲੈਂਦੇ ਆ ਆਪਣੀ ਪ੍ਰੋਡਕਸ਼ਨ ਦਾ। ਤਾਂ ਉਹਨਾਂ ਦੇ ਜੋ ਰਿਸਰਚ ਪੇਪਰਸ ਹੁੰਦੇ ਆ, ਠੀਕ ਹੈ, ਉਹ ਚਾਹੁੰਦੇ ਨੇ ਕਿ ਉਹ ਲੀਕ ਹੋਣ, ਤੇ ਉਹ ਵੀ ਨਹੀਂ ਚਾਹੁੰਦੇ ਕਿ ਉਹਨਾਂ ਦਾ ਮਟੀਰੀਅਲ ਕਿਸੇ ਹਿਸਾਬ ਨਾਲ ਲੀਕ ਹੋਵੇ। ਤਾਂ ਇਹਨਾਂ ਚੀਜ਼ਾਂ ਨੂੰ ਪ੍ਰੋਟੈਕਟ ਕਰਨ ਦੇ ਲਈ ਵੀ ਸਾਨੂੰ ਸਾਈਬਰ ਸਿਕਿਉਰਿਟੀ ਦੀ ਲੋੜ ਹੈ। ਨੰਬਰ 3 ਟੂ ਪ੍ਰੋਟੈਕਟ ਬੈਂਕਿੰਗ ਐਂਡ ਫਾਈਨੈਂਸ਼ੀਅਲ ਡਾਟਾ। ਹੁਣ ਜਿਵੇਂ ਕਿ ਦੱਸਿਆ ਹੀ ਆਪਾਂ ਕਿ ਅਸੀਂ ਜੇ ਕੋਈ ਐਪਲੀਕੇਸ਼ਨ ਦੇ ਜ਼ਰੀਏ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਕਰਦੇ ਹਾਂ ਜਾਂ ਆਨਲਾਈਨ ਸ਼ਾਪਿੰਗ ਕਰਦੇ ਹਾਂ, ਤਾਂ ਸਾਡੀਆਂ ਜਿੰਨੀਆਂ ਵੀ ਫਾਈਨੈਂਸ਼ੀਅਲ ਡਿਟੇਲਸ ਆ ਉਹਨਾਂ ਨੂੰ ਬਚਾਉਣਾ ਜ਼ਰੂਰੀ ਹੋ ਜਾਂਦਾ ਹੈ। ਤਾਂ ਮੋਰ ਐਪਲੀਕੇਸ਼ਨਸ ਸਾਨੂੰ ਪ੍ਰੋਟੈਕਸ਼ਨ ਵੀ ਦਿੰਦੀਆਂ, ਜਿਵੇਂ OTP ਫੈਸਿਲਿਟੀ ਹੈ ਨਾ, ਤੁਸੀਂ ਦੇਖਿਆ ਹੋਊਗਾ, ਤੁਸੀਂ ਕੋਈ ਵੀ ਟ੍ਰਾਂਜੈਕਸ਼ਨ ਕਰਦੇ ਹੋ ਅੱਜ ਕੱਲ੍ਹ OTP ਤੁਹਾਡੇ ਤੋਂ ਮੰਗਿਆ ਜਾਂਦਾ, 1 ਟਾਈਮ ਪਾਸਵਰਡ। ਉਹਦਾ ਵੀ ਇਹ ਸਿਕਿਉਰਿਟੀ ਹੈ, ਇਹ ਸਿਕਿਉਰਿਟੀ ਪਾਸਵਰਡ ਹੀ ਇੱਕ ਤਰ੍ਹਾਂ ਦੀ ਸਿਕਿਉਰਿਟੀ ਹੈ, ਉਹ ਵੀ ਸਾਈਬਰ ਸਿਕਿਉਰਿਟੀ ਦੇ ਅੰਦਰ ਹੀ ਆਉਂਦੀ ਹੈ, ਕਿਉਂਕਿ ਉਹ 1 ਟਾਈਮ ਪਾਸਵਰਡ ਸਿਰਫ ਤੁਹਾਡੇ ਨਾਲ ਹੀ ਸ਼ੇਅਰ ਕੀਤਾ ਜਾਂਦਾ, ਹੋਰ ਕਿਸੇ ਨਾਲ ਨਹੀਂ ਸ਼ੇਅਰ ਕੀਤਾ ਜਾਂਦਾ। ਤਾਂ ਇਹ ਵੀ ਸਿਕਿਉਰਿਟੀ ਦਾ ਆਪਣਾ ਮੇਨ ਪੁਆਇੰਟ ਹੈ। ਠੀਕ ਹੈ, ਨੰਬਰ 4 ਟੂ ਪ੍ਰੋਟੈਕਟ ਨੈਸ਼ਨਲ ਸਿਕਿਉਰਿਟੀ। ਦੇਖੋ, ਸਾਡੇ ਕੰਪਿਊਟਰ ਸਿਸਟਮ ਹੈ ਜਿਹੜੇ, ਉਹ ਮਤਲਬ ਆਰਮੀ ਵਿੱਚ ਵੀ ਯੂਜ਼ ਹੁੰਦੇ ਆ, ਹਰ ਜਗ੍ਹਾ ਯੂਜ਼ ਹੁੰਦੇ ਆ। ਠੀਕ ਹੈ, ਜੇ ਅਸੀਂ ਆਪਣੀ ਇਨਫੋਰਮੇਸ਼ਨ ਇੱਕ ਸਿਸਟਮ ਤੋਂ ਦੂਸਰੇ ਸਿਸਟਮ ਵਿੱਚ ਭੇਜਣਾ ਚਾਹੁੰਦੇ ਹਾਂ, ਤਾਂ ਉਹਨਾਂ ਦਾ ਡਾਟਾ ਫਿਰ ਬਚਾਉਣਾ ਵੀ ਬਹੁਤ ਜ਼ਰੂਰੀ ਹੈ। ਇਹਦੇ ਨਾਲ ਕੀ ਹੋਊਗਾ, ਨਹੀਂ ਤਾਂ ਸਾਡੀ ਨੈਸ਼ਨਲ ਸਿਕਿਉਰਿਟੀ ਤੇ ਖਤਰਾ ਹੋ ਜਾਂਦਾ ਹੈ, ਤੇ ਜੋ ਲੋਕ ਸਾਡੀ ਕੰਟਰੀ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਆ, ਉਹ ਵੀ ਸਾਡੇ ਡਾਟਾ ਨੂੰ ਰਿਟਰੀਵ ਕਰ ਸਕਦੇ ਆ ਤੇ ਇੰਟਰਪ੍ਰੈਟ ਕਰ ਸਕਦੇ ਆ ਤੇ ਉਸਨੂੰ ਨੁਕਸਾਨ ਪਹੁੰਚਾ ਸਕਦੇ ਆ। ਇਸ ਚੀਜ਼ ਲਈ ਵੀ ਸਾਨੂੰ ਸਾਈਬਰ ਸਿਕਿਉਰਿਟੀ ਦੀ ਜ਼ਰੂਰਤ ਹੈ। ਨੈਕਸਟ ਇਜ਼ ਟੂ ਪ੍ਰੋਟੈਕਟ ਗਲੋਬਲ ਇਕੋਨਮੀ। ਗਲੋਬਲ ਇਕੋਨਮੀ ਕੀ ਹੈ, ਦੇਖੋ, ਗਲੋਬਲ ਇਕੋਨਮੀ ਦਾ ਮਤਲਬ ਇਹ ਹੈ ਕਿ ਅਰਥ ਵਿਵਸਥਾ। ਠੀਕ ਹੈ, ਕਿਉਂਕਿ ਜੋ ਹੈਕਰਸ ਹੈ, ਠੀਕ ਹੈ, ਉਹ ਚੀਜ਼ਾਂ ਚੋਰੀ ਕਰਨਗੇ, ਤਾਂ ਉਹਦੇ ਨਾਲ ਸਾਡੇ ਜੋ ਰੁਪੀਜ਼ ਹੈ, ਡਾਲਰਸ ਹੈ, ਉਹਦੇ ਰੇਟ ਵੀ ਉੱਪਰ ਨੀਚੇ ਹੋ ਜਾਣਗੇ। ਇਹਦੇ ਨਾਲ ਕੀ ਹੋਊਗਾ, ਸਾਡਾ ਜੋ ਗਲੋਬਲ ਇਕੋਨਮੀ ਦਾ ਖਤਰਾ ਹੈ ਉਹ
ਰਿਸਕ ਹੈ ਉਹ ਵਧੂਗਾ, ਤਾਂ ਇਸ ਚੀਜ਼ ਨੂੰ ਵੀ ਪ੍ਰੋਟੈਕਟ ਕਰਨਾ ਜ਼ਰੂਰੀ ਹੈ। ਦ ਲਾਸਟ ਇਜ਼ ਟੂ ਪ੍ਰੋਟੈਕਟ ਸੈਂਸਿਟਿਵ ਡਾਟਾ। ਸੈਂਸਿਟਿਵ ਡਾਟਾ ਇਹ ਹੁੰਦਾ ਹੈ ਕਿ ਸਾਡਾ ਸਾਰਾ ਡਾਟਾ ਸੈਂਸਿਟਿਵ ਹੀ ਹੁੰਦਾ ਮੇਨਲੀ, ਜੋ ਅਸੀਂ ਨਹੀਂ ਸ਼ੇਅਰ ਕਰਨਾ ਚਾਹੁੰਦੇ ਕਿਸੇ ਨਾਲ, ਤਾਂ ਉਹਨਾਂ ਨੂੰ ਸੇਵ ਕਰਕੇ ਰੱਖਣਾ, ਉਹਨਾਂ ਨੂੰ ਪ੍ਰੋਟੈਕਟ ਕਰਕੇ ਰੱਖਣਾ ਵੀ ਸਾਡੀ ਜ਼ਰੂਰਤ ਹੈ ਸਾਈਬਰ ਸਿਕਿਉਰਿਟੀ। ਹਾਂਜੀ, ਨਾਓ ਹਿਸਟਰੀ ਆਫ ਸਾਈਬਰ ਸਿਕਿਉਰਿਟੀ। ਹੁਣ ਬੇਟਾ ਅਸੀਂ ਦੇਖਾਂਗੇ ਕਿ ਹਿਸਟਰੀ ਕੀ ਹੈ, ਮਤਲਬ ਸਾਈਬਰ ਸਿਕਿਉਰਿਟੀ ਦੀ ਸਾਨੂੰ ਫਸਟ ਟਾਈਮ ਕਦੋਂ ਜ਼ਰੂਰਤ ਲੱਗੀ, ਕਦੋਂ ਲੱਗਿਆ ਕਿ ਸਾਨੂੰ ਇੰਟਰਨੈਟ ਦੇ ਜ਼ਰੀਏ ਕੰਮ ਕਰਨ ਦੇ ਲਈ ਸਾਨੂੰ ਕਿਸੇ ਨਾ ਕਿਸੇ ਸਿਕਿਉਰਿਟੀ ਦੀ ਜ਼ਰੂਰਤ ਹੈ, ਕਦੋਂ ਤੋਂ ਸਾਨੂੰ ਇਸ ਚੀਜ਼ ਦਾ ਅਹਿਸਾਸ ਹੋਇਆ, ਉਹ ਆਪਾਂ ਹੁਣ ਇਸ ਦੇ ਵਿੱਚ ਪੜਾਂਗੇ। ਦੇਖੋ, in 1961 professor of UCLA, that is University of California Los Angeles, sent message to Standard Research Institute ਕੀ ਹੈ ਕਿ 1969 ਚ ਜੋ UCLA ਯੂਨੀਵਰਸਿਟੀ ਆਫ ਕੈਲੀਫੋਰਨੀਆ ਲਾਸ ਐਂਜਲਸ ਦਾ ਜੋ ਪ੍ਰੋਫੈਸਰ ਸੀਗਾ, ਉਹਨੇ ਸਟੈਂਡਰਡ ਰਿਸਰਚ ਇੰਸਟੀਚਿਊਟ ਨੂੰ ਇੱਕ ਮੈਸੇਜ ਭੇਜਿਆ। ਮੈਸੇਜ ਕੀ ਸੀ? ਉਹਨੇ ਲਿਖਿਆ ਲੌਗਇਨ। ਮੈਸੇਜ ਉਹਨੇ ਕੀ ਲਿਖਿਆ? ਲੌਗਇਨ। ਬਟ ਮੈਸੇਜ ਰਿਸੀਵਡ ਐਲੋ ਲੋ। ਠੀਕ ਹੈ, ਇਹਦਾ ਕੀ ਮਤਲਬ ਹੈ? ਇਹਦਾ ਇਹ ਮਤਲਬ ਹੈ ਕਿ 1969 ਦੇ ਵਿੱਚ ਯੂਨੀਵਰਸਿਟੀ ਆਫ ਕੈਲੀਫੋਰਨੀਆ, ਜੋ ਕਿ ਲਾਸ ਐਂਜਲਸ ਦੇ ਵਿੱਚ, ਉਹਨਾਂ ਨੇ ਇੱਕ ਮੈਸੇਜ ਭੇਜਿਆ ਸੀ ਸਟੈਂਡਰਡ ਰਿਸਰਚ ਇੰਸਟੀਚਿਊਟ ਵਿੱਚ। ਉਹ ਮੈਸੇਜ ਸੀਗਾ ਕਿ ਉਹ ਭੇਜਣਾ ਚਾਹੁੰਦੇ ਸੀ ਲੌਗਇਨ, ਪਰ ਜਿਵੇਂ ਉਹਨਾਂ ਨੇ ਮੈਸੇਜ ਲੌਗਇਨ ਲਿਖਿਆ ਤਾਂ ਐਲਓ ਲਿਖਣ ਤੋਂ ਬਾਅਦ ਉਹਨਾਂ ਦਾ ਸਿਸਟਮ ਕੀ ਹੋ ਗਿਆ? ਕ੍ਰੈਸ਼ ਹੋ ਗਿਆ। ਤਾਂ ਇਹਦਾ ਮਤਲਬ ਇਹ ਸੀ ਕਿ ਉਹਨਾਂ ਦੇ ਸਿਸਟਮ ਤੇ ਕੋਈ ਅਟੈਕ ਹੋਇਆ। ਤਾਂ ਇਹ ਪਹਿਲਾ ਇੰਸੀਡੈਂਟ ਸੀ ਜਦੋਂ ਅਟੈਕਸ ਦੀ ਸ਼ੁਰੂਆਤ ਹੋਈ। ਠੀਕ ਹੈ, ਨੈਕਸਟ ਇਜ਼ in 1971 ਬੌਬ ਥਾਮਸ ਕ੍ਰੀਏਟਡ ਫਰਸਟ ਵਾਇਰਸ ਕਾਲਡ ਕ੍ਰੀਪਰ। ਤਾਂ ਤੁਸੀਂ ਇਹ ਵੀ ਯਾਦ ਰੱਖ ਸਕਦੇ ਹੋ ਕਿ ਸਾਡਾ ਫਰਸਟ ਵਾਇਰਸ ਕ੍ਰੀਏਟ ਕਿਹਨੇ ਕੀਤਾ ਸੀ? ਬੌਬ ਥਾਮਸ ਨੇ ਕੀਤਾ ਸੀ। ਤੇ ਕੀ ਵਾਇਰਸ ਦਾ ਨਾਮ ਸੀ? ਕ੍ਰੀਪਰ ਨਾਮ ਸੀ 1971 ਦੇ ਵਿੱਚ। ਠੀਕ ਹੈ, ਤਾਂ in 1971 ਵਿੱਚ ਬੌਬ ਥਾਮਸ ਨੇ ਵਾਇਰਸ ਦਾ ਕ੍ਰੀਏਟ ਕੀਤਾ ਕ੍ਰੀਪਰ। ਇਹ ਵਾਇਰਸ ਜਿਹੜੇ ਵੀ ਕੰਪਿਊਟਰ ਸਿਸਟਮ 'ਚ ਜਾਂਦਾ ਸੀ ਨਾ, ਉੱਥੇ ਇੱਕ ਮੈਸੇਜ ਫਲੈਸ਼ ਕਰਦਾ ਰਹਿੰਦਾ ਸੀਗਾ, ਡਿਸਪਲੇ ਹੁੰਦਾ ਸੀ ਜਿਵੇਂ ਫਲੈਸ਼, ਮਤਲਬ ਬਲਿੰਕ ਜਿਹਾ ਕਰਦਾ ਸੀ। ਉਹ ਮੈਸੇਜ ਇਹ ਸੀ, ਕੈਚ ਮੀ ਇਫ ਯੂ ਕੈਨ, ਕੈਚ ਮੀ ਇਫ ਯੂ ਕੈਨ। ਪਰ 2-3 ਸਾਲ ਬਾਅਦ, ਠੀਕ ਹੈ, ਇਹ ਕੀ ਹੋਇਆ ਸੀ ਕਿ ਇਹਦਾ ਐਂਟੀਵਾਇਰਸ ਕ੍ਰੀਏਟ ਕੀਤਾ ਗਿਆ, ਰੀਪਰ। ਇਸ ਦਾ ਐਂਟੀਵਾਇਰਸ ਕੀ ਕ੍ਰੀਏਟ ਕੀਤਾ ਗਿਆ? ਰੀਪਰ। ਤਾਂ ਇਸੇ ਵਾਇਰਸ ਤੋਂ, ਇਸ ਐਂਟੀਵਾਇਰਸ ਰੀਪਰ ਨੂੰ ਯੂਜ਼ ਕਰਕੇ ਇਸ ਵਾਇਰਸ ਤੋਂ ਸਾਨੂੰ ਛੁਟਕਾਰਾ ਮਿਲਿਆ ਸੀ। Next is in 1986 Russian used cyber powers as weapons। ਇਹਦਾ ਕੀ ਮਤਲਬ ਹੈ ਕਿ 1986 ਦੇ ਵਿੱਚ ਰਸ਼ੀਆ ਇੱਕ ਅਜਿਹੀ ਕੰਟਰੀ ਹੈ, ਤੁਹਾਨੂੰ ਪਤਾ ਹੈ ਕਿ ਰਸ਼ੀਆ ਇੱਕ ਅਜਿਹੀ ਕੰਟਰੀ ਹੈ ਜਿਸ ਦੇ ਕੋਲ ਸਾਈਬਰ ਪਾਵਰ ਬਹੁਤ ਜ਼ਿਆਦਾ ਹੈ। ਉਹ ਚਾਹੇ ਕਿਸੇ ਵੀ ਕੰਟਰੀ ਦੇ ਡਿਫੈਂਸ ਸਿਸਟਮ ਵਿੱਚ ਸਾਈਬਰ ਸਿਕਿਉਰਿਟੀ ਨੂੰ ਬ੍ਰੇਕ ਕਰਕੇ ਉਹਨਾਂ ਦੀ ਇਨਫੋਰਮੇਸ਼ਨ ਵੀ ਨਿਕਾਲ ਸਕਦੀ ਹੈ। ਠੀਕ ਹੈ, ਤਾਂ ਹੁਣ ਇਹ ਕਿ 1986 ਦੇ ਵਿੱਚ ਕੀ ਕੀਤਾ? ਰਸ਼ੀਅਨ ਨੇ ਸਾਈਬਰ ਪਾਵਰਸ ਨੂੰ ਆਪਣੇ ਹਥਿਆਰ ਬਣਾ ਲਏ, ਹਥਿਆਰਾਂ ਦੀ ਤਰ੍ਹਾਂ ਇਸ ਨੂੰ ਯੂਜ਼ ਕੀਤਾ। In 1988 American scientists created program to check size of internet। ਇਸ ਦਾ ਇਹ ਕਿ 1988 ਵਿੱਚ ਅਮਰੀਕਨ ਸਾਇੰਟਿਸਟ ਨੇ ਨਾ ਇੱਕ ਸੌਫਟਵੇਅਰ ਕ੍ਰੀਏਟ ਕੀਤਾ। ਕੀ ਸੌਫਟਵੇਅਰ ਕ੍ਰੀਏਟ ਕੀਤਾ? ਇਹ ਚੈੱਕ ਕਰਨ ਲਈ ਕਿ ਪੂਰੀ ਦੁਨੀਆ ਵਿੱਚ ਕਿੰਨੇ ਕੰਪਿਊਟਰ ਇਸ ਨਾਲ ਜੁੜੇ ਹੋਏ ਆ ਇੰਟਰਨੈਟ ਦੇ ਨਾਲ। ਉਹਨੇ ਦੇਖਣਾ ਸੀ ਕਿ ਇੰਟਰਨੈਟ ਦੇ ਨਾਲ ਕਿੰਨੇ ਕੁ ਕੰਪਿਊਟਰ ਇਹਦੇ ਨਾਲ ਜੁੜੇ ਹੋਏ ਆ। ਤਾਂ ਹੁਣ ਇਹ ਦੇਖਣ ਦੇ ਲਈ ਤਾਂ ਜਿਹੜਾ ਉਹਨਾਂ ਨੇ ਸੌਫਟਵੇਅਰ ਬਣਾਇਆ, ਉਸ ਸੌਫਟਵੇਅਰ ਨੂੰ ਹਰੇਕ ਕੰਪਿਊਟਰ ਸਿਸਟਮ ਦੇ ਵਿੱਚੋਂ ਗੋ ਥਰੂ ਹੋਣਾ ਸੀਗਾ ਤੇ ਇੰਟਰਨੈਟ ਦਾ ਯੂਜ਼ ਹੋਣਾ ਸੀ। ਤਾਂ ਫਿਰ ਇਸ ਚੀਜ਼ ਨੇ ਵੀ, ਇਸ ਕਨਸੈਪਟ, ਇਸ ਪ੍ਰੋਸੈਸ ਨੇ ਵੀ ਇੱਕ ਵਾਇਰਸ ਦੀ ਤਰ੍ਹਾਂ ਕੰਮ ਕੀਤਾ। ਤਾਂ ਇਹ ਸੀ ਸਾਡੀ ਹਿਸਟਰੀ ਸਾਈਬਰ ਸਿਕਿਉਰਿਟੀ ਦੀ, ਜਿੱਥੋਂ ਸਾਨੂੰ ਲੱਗਿਆ ਕਿ ਸਾਡੇ ਇੰਟਰਨੈਟ ਤੇ ਕੰਮ ਕਰਨ ਦੇ ਲਈ ਸਾਨੂੰ ਸਿਕਿਉਰਿਟੀ ਚਾਹੀਦੀ ਹੈ, ਜਿਸ ਦਾ ਨਾਮ ਸੀਗਾ ਸਾਈਬਰ ਸਿਕਿਉਰਿਟੀ। ਨੈਕਸਟ ਹੈ ਟੂਲਸ ਐਂਡ ਸਾਈਬਰ ਸਿਕਿਉਰਿਟੀ ਟੈਕਨੀਕਸ। ਹੁਣ ਅਸੀਂ ਗੱਲ ਤਾਂ ਕਰ ਰਹੇ ਹਾਂ ਵੀ ਸਾਈਬਰ ਸਿਕਿਉਰਿਟੀ ਚਾਹੀਦੀ ਹੈ ਸਾਨੂੰ, ਸਾਈਬਰ ਸਿਕਿਉਰਿਟੀ ਚਾਹੀਦੀ ਹੈ ਹਨਾ, ਪਰ ਹੁਣ ਅਸੀਂ ਦੇਖਾਂਗੇ ਕਿ ਟੂਲਸ ਕਿਵੇਂ ਯੂਜ਼ ਹੋਣੀ ਹੈ ਸਾਈਬਰ ਸਿਕਿਉਰਿਟੀ, ਕੀ ਕੁਝ ਅਸੀਂ ਕਰ ਸਕਦੇ ਹਾਂ ਆਪਣੇ ਡਾਟਾ ਨੂੰ ਬਚਾਉਣ ਦੇ ਲਈ, ਕਿਸ ਤਰ੍ਹਾਂ ਅਸੀਂ ਇਸ ਆਪਣੇ ਡਾਟਾ ਨੂੰ ਸੇਵ ਕਰਾਂਗੇ। ਠੀਕ ਹੈ, ਤਾਂ ਇਹਨੂੰ ਅਸੀਂ ਕਹਾਂਗੇ ਕਿ ਟੂਲਸ ਐਂਡ ਟੈਕਨੀਕਸ ਆਫ ਸਾਈਬਰ ਸਿਕਿਉਰਿਟੀ। ਦ ਨੰਬਰ 1 ਇਜ਼ ਆਥੈਂਟੀਕੇਸ਼ਨ। Authentication ਕੀ ਹੈ? All the users and resources are authenticated before accessing information system। ਇਹਦਾ ਮਤਲਬ ਇਹ ਕਿ to allow users to use computer system, ਆਪਣੇ users ਨੂੰ ਪਰਮਿਸ਼ਨ ਦੇਣੀ ਕੰਪਿਊਟਰ ਸਿਸਟਮ ਨੂੰ ਯੂਜ਼ ਕਰਨ ਲਈ। ਭਾਵ ਇਹਦਾ ਇਹ ਹੈ ਕਿ ਇੱਕ ਪ੍ਰੋਟੈਕਸ਼ਨ ਟੈਕਨੀਕ ਹੈ ਜਿਹਦੇ ਵਿੱਚ ਕੰਪਿਊਟਰ ਯੂਜ਼ਰਸ ਕੋਲ ਅਧਿਕਾਰ ਹੁੰਦਾ ਹੈ ਕਿ ਉਹ ਕਿਸੇ ਨੂੰ ਵੀ ਆਪਣਾ ਕੰਪਿਊਟਰ ਸਿਸਟਮ ਯੂਜ਼ ਕਰਨ ਦੀ ਪਰਮਿਸ਼ਨ ਦੇਣ, ਤੇ ਉਹਨਾਂ ਨੇ ਇਹ ਦੇਖਣਾ ਹੈ ਕਿ ਉਹ ਕਿਸ ਨੂੰ ਪਰਮਿਸ਼ਨ ਦੇਣਗੇ ਤੇ ਕਿਸ ਨੂੰ ਨਹੀਂ ਦੇਣਗੇ। ਤਾਂ ਜਿਹੜੇ ਸਿਸਟਮ ਵਿੱਚ ਆਥੈਂਟੀਕੇਸ਼ਨ ਟੈਕਨੀਕ ਲਾਗੂ ਕੀਤੀ ਜਾਂਦੀ ਹੈ
ਉਹੀ ਉਹਨੂੰ ਯੂਜ਼ ਕਰ ਸਕਦਾ ਹੈ। ਠੀਕ ਹੈ, ਤਾਂ authentication ਲਾਈਕ ਜਿਵੇਂ ਲੌਗਇਨ ਪਾਸਵਰਡਸ ਹੈ, ਠੀਕ ਹੈ, ਉਹ ਵੀ ਇੱਕ ਤਰ੍ਹਾਂ ਦਾ, ਜਾਂ ਕੈਪਚਾ ਦੇਖੋ, ਇਹਦੀ ਬੈਸਟ ਐਗਜ਼ਾਮਪਲ ਕੈਪਚਾ ਕੋਡ ਤੁਸੀਂ ਦੇਖਿਆ ਹੋਣਾ ਜਦੋਂ ਤੁਸੀਂ ਜੀਮੇਲ ਅਕਾਊਂਟ ਕ੍ਰੀਏਟ ਕਰਦੇ ਹੋ ਜਾਂ ਫਿਰ ਐਨੀ ਫਰਦਰ ਅੱਜ ਕੱਲ ਕੋਈ ਵੀ ਫਾਰਮ ਭਰਿਆ ਜਾਂਦਾ ਹੈ ਤਾਂ ਉਹਦੇ ਵਿੱਚ ਤੁਹਾਡਾ ਆਥੈਂਟੀਕੇਸ਼ਨ ਮੋਟਿਵ ਦੇ ਲਈ ਤੁਹਾਡੇ ਕੈਪਚਾ ਕੋਡ ਤੁਹਾਡੇ ਤੋਂ ਮੰਗਿਆ ਜਾਂਦਾ ਹੈ। ਤਾਂ ਕੈਪਚਾ ਕੋਡ ਕੀ ਹੈ? ਕੈਪਚਾ ਕੋਡ ਇਹ ਟੈਸਟ ਕਰਦਾ ਹੈ ਕਿ ਮਤਲਬ ਸਾਡਾ ਕੰਪਿਊਟਰ ਸਿਸਟਮ ਯੂਜ਼ ਕਰ ਰਹੇ ਪਰਸਨ ਯੂਜ਼ ਕਰ ਰਿਹਾ ਜਾਂ ਯੂਜ਼ਰ ਯੂਜ਼ ਕਰ ਰਿਹਾ ਕੰਪਿਊਟਰ ਸਿਸਟਮ ਨੂੰ, ਉਹ ਐਕਚੁਅਲ ਦੇ ਵਿੱਚ ਹਿਊਮਨ ਬੀਇੰਗ ਹੈ ਜਾਂ ਰੋਬੋਟ ਹੈ। ਠੀਕ ਹੈ, ਤਾਂ ਉਹ ਜੋ ਅਲਫਾਬੈਟਸ ਜਾਂ ਨੰਬਰ ਦਿੱਤੇ ਹੋਏ ਆ ਉਹ ਇੱਕ ਹਿਊਮਨ ਬੀਇੰਗ ਹੀ ਅੰਡਰਸਟੈਂਡ ਕਰਦਾ, ਉਹ ਤੁਸੀਂ ਸੇਮ ਪੈਟਰਨ ਦੇਖ ਕੇ ਐਂਟਰ ਕਰਨਾ ਹੁੰਦਾ ਹੈ। ਤਾਂ ਔਥੈਂਟੀਕੇਸ਼ਨ ਦੀ ਬੈਸਟ ਐਗਜ਼ਾਮਪਲ ਸਾਡੀ ਹੁੰਦੀ ਹੈ ਕੈਪਚਾ ਕੋਡ। ਠੀਕ ਹੈ, the next is encryption ਕੀ ਹੈ? all data should be transferred in encrypted form so no one can see actual data। ਹਾਂਜੀ, ਇਨਕ੍ਰਿਪਸ਼ਨ ਕੀ ਹੈ? ਤੁਸੀਂ WhatsApp ਦੇ ਵਿੱਚ ਵੀ ਦੇਖਿਆ ਹੋਊਗਾ ਜਦੋਂ ਤੁਸੀਂ ਕਿਸੇ ਨੂੰ ਮੈਸੇਜ ਸੈਂਡ ਕਰਦੇ ਹੋ ਤਾਂ encrypted your message is encrypted, yes your code is encrypted ਲਿਖਿਆ ਹੁੰਦਾ ਹੈ ਨਾ। ਤਾਂ plain text, cipher text ਦੇਖੋ ਇਹਦੇ ਵਿੱਚ ਕੀ ਹੈ, ਆਪਾਂ ਮੈਸੇਜ ਟਾਈਪ ਕੀਤਾ ਹੈਲੋ, ਇਨਕ੍ਰਿਪਸ਼ਨ ਵਿੱਚ ਲੱਗੀ ਹੋਈ ਹੈ ਤੇ ਸਾਈਫਰ ਟੈਕਸਟ ਇਹ ਹੈ। ਠੀਕ ਹੈ, ਤਾਂ ਇਨਕ੍ਰਿਪਸ਼ਨ ਦਾ ਕੀ ਮਤਲਬ ਹੁੰਦਾ ਹੈ? ਪਹਿਲਾਂ ਆਪਾਂ ਮੀਨਿੰਗ ਦੇਖੀਏ ਇਹਦਾ। ਇਹਦਾ ਮਤਲਬ ਇਹ ਹੈ ਕਿ ਇਹ ਇੱਕ ਮਤਲਬ ਤੁਹਾਡੀ ਅਜਿਹੀ ਟੈਕਨੀਕ ਹੈ ਜਿਹਦੇ ਨਾਲ ਕਿ ਯੂਜ਼ਰ ਨੇਮ ਤੇ ਪਾਸਵਰਡ ਭਰਨ ਵੇਲੇ ਵਰਤੀ ਜਾਂਦੀ ਹੈ। ਠੀਕ ਹੈ, ਤਾਂ ਇਸ ਦੇ ਵਿੱਚ ਜੋ ਪ੍ਰੋਟੈਕਸ਼ਨ ਲਈ ਸਪੈਸ਼ਲ ਸਿੰਬਲ ਵਰਤੇ ਜਾਂਦੇ ਆ ਉਹ ਕੋਈ ਵੀ ਹੋ ਸਕਦੇ ਆ। ਜਿਵੇਂ ਤੁਸੀਂ ਕੋਈ ਪਾਸਵਰਡ ਐਂਟਰ ਕਰਦੇ ਹੋ, ਕਈ ਵਾਰ ਤੁਸੀਂ ਪਾਸਵਰਡ ਦਿੰਦੇ ਹੋ ਤਾਂ ਤੁਸੀਂ ਇਹ ਲਿਖਿਆ ਹੁੰਦਾ ਹੈ ਉਸ ਪਾਸਵਰਡ ਤੇ ਤੁਸੀਂ ਜੋ ਟਾਈਪ ਕਰਦੇ ਹੋ ਉਸ ਤਰ੍ਹਾਂ ਨਹੀਂ ਆਉਂਦਾ, ਉਹ ਸਟਾਰ 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 ਇਸ ਤਰ੍ਹਾਂ ਆਉਣ ਲੱਗ ਜਾਂਦਾ ਨਾ। ਤਾਂ ਇਹ ਇਨਕ੍ਰਿਪਸ਼ਨ ਹੀ ਹੈ ਕਿ ਜੇ ਤੁਹਾਡੇ ਕੋਲ ਕੋਈ ਬੈਠਾ ਹੈ, ਉਹ ਕੋਲ ਬੈਠਾ ਵੀ ਤੁਹਾਡੀ ਪਾਸਵਰਡ ਨੂੰ ਨਹੀਂ ਦੇਖ ਸਕਦਾ, ਉਹ ਤੁਸੀਂ ਜੋ ਟਾਈਪ ਕਰ ਰਹੇ ਹੋ ਉਹਨੂੰ ਨਹੀਂ ਦਿਖੇਗਾ। ਠੀਕ ਹੈ, ਤਾਂ ਇਹ ਵੀ ਇਹੀ ਇਨਕ੍ਰਿਪਸ਼ਨ ਦਾ ਇਹ ਇੱਕ ਪਾਰਟ ਹੈ। ਠੀਕ ਹੈ, ਤਾਂ ਇਨਕ੍ਰਿਪਸ਼ਨ ਕੀ ਹੁੰਦਾ? ਮੇਨ ਜੋ ਤੁਸੀਂ ਲਿਖਿਆ ਉਹ ਫਰਦਰ ਮੈਸੇਜ ਉਹ ਉਸੇ ਆਰਡਰ ਦੇ ਵਿੱਚ ਹੀ ਜਾਣਾ ਚਾਹੀਦਾ ਜਿਸ ਆਰਡਰ ਦੇ ਵਿੱਚ ਤੁਸੀਂ ਟਾਈਪ ਕੀਤਾ। ਲਾਈਕ ਜਿਵੇਂ ਤੁਸੀਂ ਇੱਥੇ ਹੈਲੋ ਟਾਈਪ ਕੀਤਾ, ਠੀਕ ਹੈ, ਤੁਸੀਂ HELLO, ਜੇ ਇਨਕ੍ਰਿਪਸ਼ਨ ਨਹੀਂ ਹੋਏਗਾ ਤਾਂ ਹੋ ਸਕਦਾ O ਪਹਿਲਾਂ ਪਹੁੰਚ ਜੇ, L ਫਿਰ E ਫਿਰ H ਫਿਰ L ਪਹੁੰਚ ਜੇ, ਤਾਂ ਸਾਡਾ ਜੋ ਵਰਡਸ ਹੈ ਜਾਂ ਜੋ ਸਾਡਾ ਟੈਕਸਟ ਅਸੀਂ ਲਿਖਾਇਆ ਉਹ ਉੱਪਰ ਨੀਚੇ ਅੱਗੇ ਪਿੱਛੇ ਵੀ ਹੋ ਸਕਦਾ ਹੈ। ਤਾਂ ਇਨਕ੍ਰਿਪਸ਼ਨ ਸਿਕਿਉਰਿਟੀ ਹੈ ਜੋ ਤਾਂ ਲਗਾਈ ਜਾਂਦੀ ਹੈ ਕਿ ਸਾਡਾ ਜੋ ਮੈਸੇਜ ਹੈ ਜਾਂ ਜੋ ਵੀ ਸਾਡਾ ਭੇਜਣਾ ਚਾਹੁੰਦੇ ਹਾਂ ਅਸੀਂ ਅੱਗੇ, ਉਹ ਉਸੇ ਆਰਡਰ ਦੇ ਵਿੱਚ ਜਾਂ ਉਸੇ ਫਾਰਮ ਦੇ ਵਿੱਚ ਹੀ ਜਾਏ ਜਿਸ ਫਾਰਮ ਦੇ ਵਿੱਚ ਅਸੀਂ ਉਸਨੂੰ ਲਿਖਵਾਇਆ। ਸੋ ਦਿਸ ਇਜ਼ ਕਾਲਡ ਇਨਕ੍ਰਿਪਸ਼ਨ। Next is digital signature. Digital signature ਕੀ ਹੈ? It is a mechanism by which users can digitally sign the e-document. It is used in form of for signatures. ਜਿਵੇਂ ਕਿ ਅੱਜ ਕੱਲ ਅਸੀਂ ਸਾਰਾ ਕੰਮ ਆਨਲਾਈਨ ਹੋਣ ਨਾਲ ਕੀ ਹੋ ਗਿਆ, ਜਿਹੜੇ ਸਾਡੇ ਸਿਗਨੇਚਰ ਆ ਉਹ ਵੀ ਡਿਜੀਟਲ ਹੋ ਗਏ ਹੈ। ਤਾਂ ਇਹਦੀ ਪ੍ਰੋਟੈਕਸ਼ਨ ਦੀ ਜਿਹੜੀ ਜ਼ਿਆਦਾਤਰ ਵਰਤੋਂ ਬੈਂਕਿੰਗ ਖੇਤਰ ਵਿੱਚ ਕੀਤੀ ਜਾਂਦੀ ਹੈ। ਠੀਕ ਹੈ, ਜਾਂ ਹੋਰ ਵੀ ਫਾਈਨੈਂਸ਼ੀਅਲ ਲੈਣ ਦੇਣ ਲਈ ਕੀਤੀ ਜਾਂਦੀ ਹੈ। ਮਤਲਬ ਜੋ ਵੀ ਅਸੀਂ ਕੰਮ ਆਨਲਾਈਨ ਕਰਦੇ ਹਾਂ, ਸਾਡੇ ਫਾਰਮ ਡਾਕੂਮੈਂਟ ਸਾਰੇ ਕੀ ਹੈ ਆਨਲਾਈਨ ਅਸੀਂ ਕ੍ਰੀਏਟ ਕਰਦੇ ਹਾਂ। ਤਾਂ ਹੁਣ ਪ੍ਰੋਬਲਮ ਆਉਂਦੀ ਹੈ ਕਿ ਅਸੀਂ ਉਹਨਾਂ ਦੇ ਜਿਹੜੇ ਸਾਈਨਸ ਹੈ, ਜੋ ਸਾਡੀ ਮੇਨ ਅਥਾਰਟੀ ਦੇ ਜਿਹੜੇ ਸਾਈਨ ਹੁੰਦੇ ਆ, ਉਹ ਅਸੀਂ ਕਿਵੇਂ ਕੀਤੇ ਜਾਣ। ਤਾਂ ਉਹਦੇ ਲਈ ਜੋ ਅਸੀਂ ਮੈਕੈਨਿਜ਼ਮ ਯੂਜ਼ ਕਰਦੇ ਹਾਂ ਉਹ ਸਾਡਾ ਹੈ ਡਿਜੀਟਲ ਸਿਗਨੇਚਰ। ਤਾਂ ਐਗਜ਼ਾਮਪਲ ਇਹਦੀ ਬੈਸਟ ਐਗਜ਼ਾਮਪਲ ਹੈ ਕਿ ਅੱਜ ਕੱਲ ਜਿਹੜੇ ਸੈਲਰੀ ਬਿਲਸ ਆਨਲਾਈਨ ਸਬਮਿਟ ਹੁੰਦੇ ਆ ਉਹਦੇ ਤੇ ਸਾਡੇ DDO ਦੇ ਡਿਜੀਟਲ ਸਿਗਨੇਚਰਸ ਚਾਹੀਦੇ ਹੁੰਦੇ ਆ। ਠੀਕ ਹੈ, ਦ ਨੈਕਸਟ ਇਜ਼ ਐਂਟੀਵਾਇਰਸ। ਹਾਂਜੀ, ਐਂਟੀਵਾਇਰਸ ਕੀ ਹੈ? It is a utility software that are used to prevent the system from unwanted threat or program. ਇਹਦਾ ਮਤਲਬ ਇਹ ਕਿ to protect computer ਕਿਸੇ ਵੀ ਤਰ੍ਹਾਂ ਦੇ ਵਾਇਰਸ ਤੋਂ ਪ੍ਰੋਟੈਕਟ ਕਰਨ ਦੇ ਲਈ ਸਾਨੂੰ ਐਂਟੀਵਾਇਰਸ ਚਾਹੀਦੇ ਹੁੰਦੇ ਆ। ਠੀਕ ਹੈ, ਤਾਂ ਐਂਟੀਵਾਇਰਸ ਸੌਫਟਵੇਅਰ ਹੁੰਦੇ ਆਪਣੇ ਆਪ ਦੇ ਵਿੱਚ ਜੋ ਕਿ ਸਾਡੇ ਸਿਸਟਮ ਵਿੱਚ ਇੰਸਟਾਲ ਕੀਤੇ ਜਾਂਦੇ ਆ। ਜੇ ਸਾਡੇ ਸਿਸਟਮ ਦੇ ਵਿੱਚ ਐਂਟੀਵਾਇਰਸ ਇੰਸਟਾਲ ਹੁੰਦੇ ਆ ਤਾਂ ਕਿਸੇ ਵੀ ਤਰ੍ਹਾਂ ਦਾ ਜੋ ਵਾਇਰਸ ਹੈ ਸਾਡੇ ਸਿਸਟਮ ਦੇ ਵਿੱਚ ਐਂਟਰ ਨਹੀਂ ਕਰ ਸਕਦਾ। ਤਾਂ ਅਲੱਗ-ਅਲੱਗ ਤਰ੍ਹਾਂ ਦੇ ਜੋ ਸਾਡੇ ਕੋਲ ਐਂਟੀਵਾਇਰਸਿਸ ਹੈ ਉਹ ਹੈਗੇ AVG, MCAF, ਅਵੀਰਾ। ਠੀਕ ਹੈ, ਇਹ ਸਾਰੇ ਤੁਹਾਡੇ ਕੀ ਐਂਟੀਵਾਇਰਸਿਸ ਨੇ। ਤਾਂ ਇਹ ਪੇਡ ਵੀ ਹੁੰਦੇ ਆ, ਤਾਂ ਤੁਸੀਂ ਇਹਨਾਂ ਨੂੰ ਬੈਸਟ ਹੈ ਕਿ ਆਪਣੇ ਸਿਸਟਮ ਦੇ ਵਿੱਚ ਇੰਸਟਾਲ ਕਰਕੇ ਰੱਖੋ। And the last is firewall. Firewall ਕੀ ਹੈ? It is a combination of software and hardware that prevent the system from unwanted packet coming from internal or external environment. ਠੀਕ ਹੈ, ਤਾਂ ਇਹਦਾ ਮਤਲਬ ਕੀ ਹੈ ਕਿ ਇੱਕ ਅਜਿਹੀ ਟੈਕਨੀਕ ਹੈ ਜੋ ਕੰਪਿਊਟਰ ਨੂੰ ਕਿਸੇ ਵੀ ਸਾਈਬਰ ਹਮਲੇ ਤੋਂ ਪ੍ਰੋਟੈਕਸ਼ਨ ਦਿੰਦੀ ਹੈ। ਇਹ ਇੱਕ ਮਜ਼ਬੂਤ ਦੀਵਾਰ ਬਣ ਕੇ ਸਾਡੇ ਕੰਪਿਊਟਰ ਨੂੰ ਹਰ ਤਰ੍ਹਾਂ ਦੇ ਵਾਇਰਸ ਤੋਂ, ਮਾਲਵੇਅਰ ਤੋਂ ਬਚਾਉਂਦੀ ਹੈ।
ਤੇ ਕਿਸੇ ਵੀ ਅਨਆਥੋਰਾਈਜ਼ਡ ਪਰਸਨ ਨੂੰ ਸਾਡੇ ਸਿਸਟਮ ਨੂੰ ਵਰਤਣ ਦੀ ਆਗਿਆ ਨਹੀਂ ਦਿੰਦੀ। ਤਾਂ ਅੱਜ ਦੇ ਟਾਈਮ ਵਿੱਚ ਦੋ ਤਰ੍ਹਾਂ ਦੇ ਫਾਇਰਵਾਲ ਵਰਤੇ ਜਾਂਦੇ ਆ, ਇੱਕ ਤਾਂ ਹਾਰਡਵੇਅਰ ਫਾਇਰਵਾਲ ਤੇ ਇੱਕ ਸੌਫਟਵੇਅਰ ਫਾਇਰਵਾਲ। ਤਾਂ ਜਿਹੜਾ ਹਾਰਡਵੇਅਰ ਫਾਇਰਵਾਲ ਹੁੰਦਾ ਹੈ ਉਹ ਕਿਸੇ ਵੀ ਨੈਟਵਰਕ ਡਿਵਾਈਸ ਮਤਲਬ ਜੋ ਵੀ ਨੈਟਵਰਕਿੰਗ ਲਈ ਵਰਤੇ ਜਾਂਦੇ ਆ, ਠੀਕ ਹੈ, ਉਹਦੇ ਵਿੱਚ ਇਹ ਪਹਿਲਾਂ ਤੋਂ ਹੀ ਲੱਗੇ ਹੁੰਦੇ ਆ ਕਿ ਜੋ ਕਿ ਵਾਇਰਸ ਤੋਂ ਸਿਸਟਮ ਨੂੰ ਪ੍ਰੋਟੈਕਟ ਕੀਤਾ ਜਾ ਸਕੇ। ਸਮਝ ਕੇ ਨਾ, ਜਿੰਨੇ ਵੀ ਅਸੀਂ ਨੈਟਵਰਕ ਡਿਵਾਈਸਿਸ ਜਾਂ ਫਿਰ ਹਾਰਡਵੇਅਰ ਡਿਵਾਈਸਿਸ ਯੂਜ਼ ਕਰਦੇ ਹਾਂ ਉਹਨਾਂ 'ਚ ਇਹ ਪਹਿਲਾਂ ਤੋਂ ਹੀ ਲੱਗੇ ਹੁੰਦੇ ਆ ਤਾਂ ਕਿ ਸਾਡੇ ਕਿਸੇ ਵੀ ਤਰ੍ਹਾਂ ਦਾ ਜੋ ਵਾਇਰਸ ਹੈ ਸਾਡੇ ਕਿਸੇ ਵੀ ਹਾਰਡਵੇਅਰ ਕੰਪੋਨੈਂਟ ਨੂੰ ਖਰਾਬ ਨਾ ਕਰੇ। ਨੈਕਸਟ ਇਜ਼ ਸੌਫਟਵੇਅਰ ਫਾਇਰਵਾਲ। ਸੌਫਟਵੇਅਰ ਫਾਇਰਵਾਲ ਆਪਰੇਟਿੰਗ ਸਿਸਟਮ ਜਿਵੇਂ ਕਿ ਵਿੰਡੋਜ਼ 7, 8, ਵਿਸਟਾ, ਵਿੰਡੋ XP ਚ ਪਹਿਲਾਂ ਤੋਂ ਹੀ ਹੁੰਦੇ ਆ ਤੇ ਇਹ ਸਾਡੇ ਜਿਹੜੇ ਸਿਸਟਮ ਨੂੰ ਹੈ ਉਹ ਕੀ ਕਰਦੇ ਆ, ਪ੍ਰੋਟੈਕਸ਼ਨ ਦਿੰਦੇ ਆ, ਸੁਰੱਖਿਅਤ ਕਰਦੇ ਆ। ਨੈਕਸਟ ਇਜ਼ ਬੈਨੀਫਿਟਸ ਆਫ ਸਾਈਬਰ ਸਿਕਿਉਰਿਟੀ। ਹਾਂਜੀ, ਬੈਨੀਫਿਟਸ ਕੀ ਹੈ ਸਾਡੇ ਸਾਈਬਰ ਸਿਕਿਉਰਿਟੀ ਦੇ, ਜੋ ਸਾਡੇ ਮੇਨ ਲਾਭ ਨੇ ਉਹ ਕੀ ਹੈ। ਤਾਂ ਫਸਟ ਵਨ ਇਜ਼ ਪ੍ਰੋਟੈਕਟ ਸਿਸਟਮ ਐਂਡ ਨੈਟਵਰਕਸ। ਤਾਂ ਸਾਈਬਰ ਸਿਕਿਉਰਿਟੀ ਯੂਜ਼ਰਸ ਦੇ ਸਿਸਟਮ ਅਤੇ ਨੈਟਵਰਕਸ ਨੂੰ ਬਾਹਰਲੀ ਹਮਲੇ ਤੋਂ ਬਚਾਉਂਦੇ ਆ, ਆਪਾਂ ਹੁਣ ਪੜ੍ਹ ਵੀ ਚੁੱਕੇ ਹਾਂ। ਨੰਬਰ 2 ਸੈਟਿਸਫੈਕਸ਼ਨ। ਸਾਈਬਰ ਸਿਕਿਉਰਿਟੀ ਯੂਜ਼ਰਸ ਨੂੰ ਤਸੱਲੀ ਦਿਵਾਉਂਦੇ ਆ ਕਿ ਉਹਨਾਂ ਦਾ ਜਿਹੜਾ ਸਾਰਾ ਡਾਟਾ ਇੰਟਰਨੈਟ ਤੇ ਜੋ ਪਿਆ ਹੈ ਉਹ ਸੇਫ ਹੈ, ਸੁਰੱਖਿਅਤ ਹੈ, ਠੀਕ ਹੈ। ਨੰਬਰ 3 ਪ੍ਰੋਟੈਕਟ ਡੇਟਾ। ਡੇਟਾ ਨੂੰ ਸੁਰੱਖਿਆ ਦਿੱਤੀ ਜਾਂਦੀ ਹੈ ਕਿ ਉਹਦਾ ਜੋ ਤਾਂ ਕਿ ਜੋ ਮਹੱਤਵਪੂਰਨ ਡਾਟਾ ਹੈ ਉਹ ਚੋਰੀ ਨਾ ਹੋਵੇ, ਲੀਕ ਨਾ ਹੋਵੇ, ਉਹਦੀ ਜਿਹੜੀ ਪ੍ਰੋਟੈਕਸ਼ਨ ਹੈ ਉਹ ਵਧਾਈ ਜਾਂਦੀ ਹੈ। ਨੈਕਸਟ ਇਜ਼ ਪ੍ਰੋਹਿਬਿਟ ਅਨਆਥੋਰਾਈਜ਼ਡ ਐਕਸੈਸ। ਜਿਵੇਂ ਹੁਣ ਇੰਟਰਨੈਟ ਤੇ ਹਜ਼ਾਰਾਂ ਤਰ੍ਹਾਂ ਦਾ ਡਾਟਾ ਪਿਆ ਹੁੰਦਾ ਹੈ ਤੇ ਕਈ ਤਰ੍ਹਾਂ ਦੇ ਡਾਟਾਬੇਸ ਵੀ ਵਰਤੇ ਜਾਂਦੇ ਆ ਜਿਨ੍ਹਾਂ ਵਿੱਚ ਆਪਾਂ ਮੋਸਟਲੀ ਜਿਵੇਂ ਯੂਨੀਵਰਸਿਟੀਜ਼ ਹੈ ਉਹ ਸਟੂਡੈਂਟਸ ਦਾ ਡਾਟਾ ਰੱਖਦੀ ਹੈ ਜਾਂ ਹਸਪੀਟਲਸ ਦੇ ਵਿੱਚ ਪੇਸ਼ੈਂਟਸ ਦੀ ਇਨਫੋਰਮੇਸ਼ਨ ਉਸ ਡਾਟਾਬੇਸ ਦੇ ਵਿੱਚ ਰੱਖੀ ਜਾਂਦੀ ਹੈ, ਜਾਂ ਜੋ ਵੀ ਸਾਡੇ ਕਮਰਸ਼ੀਅਲ ਸੰਸਥਾਵਾਂ ਨੇ ਹਨਾ ਉਹ ਬਿਜ਼ਨਸ ਦਾ ਡਾਟਾ ਆਪਣਾ ਸਾਰਾ ਉਹਦੇ ਵਿੱਚ ਰੱਖਦੇ ਆ। ਤਾਂ ਜੋ ਸਾਈਬਰ ਸਿਕਿਉਰਿਟੀ ਹੈ ਉਹਦਾ ਮੇਨ ਮੋਟਿਵ ਇਹਨਾਂ ਸਾਰੇ ਡਾਟਾ ਨੂੰ ਅਨਆਥੋਰਾਈਜ਼ਡ ਐਕਸੈਸ ਤੋਂ ਕੀ ਕਰਨਾ ਹੈ, ਬਚਾਉਣਾ ਹੈ। ਤਾਂ ਇਹ ਸਾਡੇ ਮੇਨ ਬੈਨੀਫਿਟਸ ਨੇ ਜਿਹੜੇ ਕਿ ਸਾਨੂੰ ਸਾਈਬਰ ਸਿਕਿਉਰਿਟੀ ਦੇ ਵਿੱਚ ਹੁੰਦੇ ਆ। ਐਂਡ ਦ ਲਾਸਟ ਇਜ਼ IT ਐਕਟ 2000। ਸਾਲ 2000 ਵਿੱਚ ਗਵਰਨਮੈਂਟ ਆਫ ਇੰਡੀਆ ਨੇ ਨਾ ਕੁਝ ਕਾਨੂੰਨ ਸਥਾਪਿਤ ਕੀਤੇ ਸੀ ਜਿਨ੍ਹਾਂ ਨੂੰ ਅਸੀਂ ਕੀ ਕਹਿੰਦੇ ਆ, IT ਐਕਟ 2000 ਜਾਂ ਫਿਰ ਇਹਨੂੰ ਅਸੀਂ ਇਨਫੋਰਮੇਸ਼ਨ ਟੈਕਨੋਲੋਜੀ ਐਕਟ 2000 ਵੀ ਕਹਿ ਦਿੰਦੇ ਆ। ਤਾਂ ਐਕਟ ਮੀਨਸ ਕਾਨੂੰਨ ਬਣਾਏ ਗਏ, ਕੋਈ ਲਾਅ ਬਣਾਇਆ ਗਿਆ ਕਿ ਜੋ ਵੀ ਸਾਈਬਰ ਕ੍ਰਾਈਮ ਹੁੰਦਾ ਹੈ, ਠੀਕ ਹੈ, ਕਿਸੇ ਤਰ੍ਹਾਂ ਦਾ ਵੀ, ਤਾਂ ਉਹਦੇ ਲਈ ਜੋ ਵੀ ਅਸੀਂ ਮਤਲਬ ਸੈਕਸ਼ਨਸ, ਧਾਰਾਵਾਂ ਬਣਾਈਆਂ ਗਈਆਂ ਕਿ ਇਸ ਸੈਕਸ਼ਨ ਦੇ ਅੰਦਰ ਜੇ ਕ੍ਰਾਈਮ ਹੁੰਦਾ ਤਾਂ ਇਸ ਸੈਕਸ਼ਨ ਦੇ ਅੰਦਰ ਇਹ ਵਾਲੀ ਪਨਿਸ਼ਮੈਂਟ ਦਿੱਤੀ ਜਾਣੀ ਹੈ। ਤੇ ਅਲੱਗ-ਅਲੱਗ ਸੈਕਸ਼ਨਸ ਗਵਰਨਮੈਂਟ ਆਫ ਇੰਡੀਆ ਨੇ ਬਣਾਏ ਸੀ। ਤਾਂ ਸੈਕਸ਼ਨ ਨੰਬਰ 43 ਹੈ ਜੋ ਇਹਦੇ ਵਿੱਚ ਇਹ ਹੈ ਕਿ ਜੋ ਕੋਈ ਵੀ ਵਿਅਕਤੀ ਕਿਸੇ ਦੂਸਰੇ ਵਿਅਕਤੀ ਦੇ ਕੰਪਿਊਟਰ ਸਿਸਟਮ ਨੂੰ ਬਿਨਾਂ ਕਿਸੇ ਪਰਮਿਸ਼ਨ ਤੋਂ ਐਕਸੈਸ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਨੂੰ ਫਾਈਨ ਹੈ, ਉਹਨੂੰ ਪੈਨਲਟੀ ਹੈ, ਤੁਹਾਡੀ ਜੁਰਮਾਨਾ ਉਹਨੂੰ ਕੁਝ ਰੁਪੀਸ ਤੋਂ ਲੈ ਕੇ ਮਿਲੀਅਨਸ ਤੱਕ। ਸੈਕਸ਼ਨ 65 ਹੈ, ਇਹਦੇ ਵਿੱਚ ਹੈ ਕਿ ਜੇ ਕੋਈ ਵਿਅਕਤੀ ਸਾਰੇ ਕੰਪਿਊਟਰ ਸੋਰਸ ਨੂੰ ਹਾਈਡ ਜਾਂ ਡਿਸਟਰੋਏ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਨੂੰ ਇਹ 3 ਸਾਲ ਦੀ ਕੈਦ ਤੇ 2 ਲੱਖ ਤੱਕ ਦਾ ਜੁਰਮਾਨਾ ਵੀ ਹੈ ਜਾਂ ਦੋਨੋਂ ਵੀ ਹੋ ਸਕਦੇ ਆ। ਸੈਕਸ਼ਨ 66 ਚ ਆ ਜਾਂਦੀ ਹੈ ਹੈਕਿੰਗ। ਜੇ ਮੰਨ ਲਓ ਕੋਈ ਹੋਰ ਵਿਅਕਤੀ ਕਿਸੇ ਸਿਸਟਮ ਨੂੰ ਹੈਕ ਕਰਦਾ ਹੈ ਤਾਂ ਉਹਦੀ ਪਨਿਸ਼ਮੈਂਟ ਹੈ 3 ਸਾਲ ਦੀ ਜੇਲ੍ਹ ਤੇ 1 ਲੱਖ ਦਾ ਜੁਰਮਾਨਾ ਜਾਂ ਫਿਰ ਦੋਵੇਂ ਵੀ ਹੋ ਸਕਦੇ ਆ। ਸੈਕਸ਼ਨ 72 ਇਹਦੇ ਵਿੱਚ ਹੈ ਕਿ ਜੇ ਕੋਈ ਪਰਸਨਲ ਇਲੈਕਟ੍ਰੋਨਿਕ ਰਿਕਾਰਡ, ਬੁੱਕ, ਰਜਿਸਟਰ, ਡਾਕੂਮੈਂਟਸ ਜਾਂ ਕਿਸੇ ਤਰ੍ਹਾਂ ਦੀ ਵੀ ਪਰਸਨਲ ਇਨਫੋਰਮੇਸ਼ਨ ਡਿਸਕਲੋਜ਼ ਕਰਦਾ ਹੈ ਤਾਂ ਉਹਨੂੰ ਕੀ ਹੈ 2 ਸਾਲ ਦੀ ਕੈਦ ਹੈ ਤੇ ਜੁਰਮਾਨਾ ਹੈ। ਤਾਂ ਇਹ ਸਾਡੇ IT ਐਕਟਸ ਨੇ ਜਿਹੜੇ ਕਿ ਗਵਰਨਮੈਂਟ ਆਫ ਇੰਡੀਆ ਦੁਆਰਾ 2000 ਦੇ ਵਿੱਚ ਬਣਾਏ ਗਏ ਸੀ। ਤਾਂ ਬੱਚੋ ਮੈਨੂੰ ਹੋਪ ਹੈ ਕਿ ਤੁਹਾਨੂੰ ਅੱਜ ਦਾ ਲੈਕਚਰ ਜਿਹੜਾ ਸਾਈਬਰ ਸਿਕਿਉਰਿਟੀ ਤੇ ਜ਼ਰੂਰ ਸਮਝ ਆਇਆ ਹੋਣਾ ਕਿ ਤੁਸੀਂ ਇਸ ਚੈਪਟਰ ਨੂੰ ਹੁਣ ਡਿਟੇਲ ਦੇ ਵਿੱਚ ਪੜ੍ਹੋਗੇ ਤਾਂ ਤੁਹਾਨੂੰ ਇਹਦੇ ਬਾਰੇ ਹੋਰ ਵੀ ਕੁਝ ਬਹੁਤ ਗੱਲਾਂ ਨੇ ਜਿਹੜੀਆਂ ਕਿ ਤੁਹਾਨੂੰ ਪਤਾ ਲੱਗਣਗੀਆਂ। ਤਾਂ ਸਾਈਬਰ ਸਿਕਿਉਰਿਟੀ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ। ਤਾਂ ਤੁਸੀਂ ਵੀ ਤੁਹਾਨੂੰ ਹੁਣ ਮੈਂ ਇੱਕ ਵੀਡੀਓ ਦਿਖਾਉਂਦੀ ਹਾਂ ਜਿਹਦੇ ਵਿੱਚ ਤੁਸੀਂ ਇਹ ਦੇਖੋਗੇ ਕਿ ਕਿੱਥੇ ਸਾਨੂੰ ਆਪਣੀ ਜਿਹੜੀ ਸੇਫਟੀ ਦਾ ਧਿਆਨ ਰੱਖਣਾ ਚਾਹੀਦਾ ਵਾਈਲ ਯੂਜ਼ਿੰਗ ਇੰਟਰਨੈਟ। ਤੁਸੀਂ ਅੱਜ ਕੱਲ੍ਹ ਸਾਰੇ ਬੱਚੇ ਇੰਟਰਨੈਟ ਯੂਜ਼ ਕਰਦੇ ਹੋ ਤਾਂ ਤੁਹਾਨੂੰ ਇਹ ਚੀਜ਼ਾਂ ਦਾ ਧਿਆਨ ਰੱਖਣਾ ਹੋਏਗਾ ਕਿ ਤੁਸੀਂ ਆਪਣੇ ਸਿਸਟਮ ਨੂੰ ਕਿਸ ਤਰੀਕੇ ਨਾਲ ਯੂਜ਼ ਕਰਨਾ ਹੈ, ਕਿੱਥੇ ਤੁਸੀਂ ਸੋਚ ਕੇ ਕਦਮ ਚੱਕਣਾ ਹੈ, ਕਿੱਥੇ ਇੱਕ ਕਲਿੱਕ ਹੀ ਤੁਹਾਡੀ ਦੁਨੀਆ ਬਦਲ ਸਕਦੀ ਹੈ। ਸਮਝ ਗਏ ਨਾ। ਤਾਂ ਤੁਹਾਨੂੰ ਇੱਕ ਵੀਡੀਓ ਮੈਂ ਸਨੈਪਸ਼ਾਟ ਦੇ ਰੂਪ ਦੇ ਵਿੱਚ ਦਿਖਾਉਂਦੀ ਹਾਂ ਤਾਂ ਤੁਸੀਂ ਉਸ ਵੀਡੀਓ ਨੂੰ ਜ਼ਰੂਰ ਧਿਆਨ ਨਾਲ ਦੇਖਣਾ ਹੈ ਤੇ ਸਮਝਣਾ ਹੈ। Thank you very much. Say hi to Alia. She loves playing games and watching cartoons on the internet. The internet is like a busy road with lots of traffic in all directions. This traffic is called data.
The games, videos, cartoons, and emails travel over the internet as data. While internet seems spectacular from outside, it has many unknowns inside. Use it very carefully to stay safe. Every day, Alia goes to school and enjoys the computer class like all other kids. She learns that the computer has something magical inside called the internet. It's the same thing on the new mobile phones too. The internet lets you do many other things, even make new friends. It can get infected with viruses, which can harm your computer. So be very careful. Here's how you can stay safe and enjoy the internet. Before using the internet, always ask an adult if the computer has a firewall and antivirus working. Together, they protect your computer against many different kinds of viruses that attack our computer and steal our data. Remember, if you are using email, always keep your email password a secret. Make sure no one sees it, not even your friends. Let only your parents know your password. Avoid saving your password on any computer or mobile phone. Email is great to keep in touch with friends, but remember to log out or shut down every time you're done. It's also important to know that you should not click any links or ads in your email or internet. Always ask an adult before doing so. These may contain viruses. With your regular studies, the internet is a great tool to learn and be smart. If you don't have a computer at home, cyber cafes can help you log on to the internet, where you can play games or watch videos. But here also, never click on links or any pop-ups. Always take the supervisor's help. Many movies are not made for children. Similarly, there's a lot of content on the internet that you should stay away from. Always alert your parents if you or your friends come across anything violent or for adults. You may also be using social networks like Facebook, Snapchat, Instagram, and Musical.ly to chat with friends and make new ones. Good girl, Alia. That's the best way to stay safe. Also, you should not give your personal information on the internet when downloading a game. It can be stolen. You may find free Wi-Fi networks in public spaces to surf the internet for free. Never connect to them, as they're not safe. Social networks are like a playground. You have your friends in that space, and you may also make new ones. But not all want to be friends, even if they seem friendly. On any social network, never accept friend requests from anyone you don't know, and never share your details with anyone either. Details like your name and age, school and address, your current location, or anything else about your family. These strangers may look friendly and may talk nicely to you, but do not trust them immediately. Some strangers can follow you, bully you, and sometimes even hurt you and your family. And finally, if someone does bully you on the internet, don't worry. Inform your parents right away. Don't be scared because it's not your fault. So, if you follow the rules like Alia, you too can have fun, communicate with friends, and learn on the internet. Just remember the safety tips and keep on playing and surfing.